ਨਾਨਕ ਹਰ ਸੰਗ ਮੀਤ, ਖੋਲ ਕਪਟ ਗੁਰ ਮੇਲਿਆ। ਨਾਨਕ ਹਰ ਸੰਗ ਮੀਤ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋ। ਤੂੰ ਠਾਕੁਰ ਉਚ ਭਗਵਾਨਾ, ਤੂੰ ਸੁਲਤਾਨ ਕਹਾਂ ਹੋਮੀਆ। ਤੇਰੀ ਕਵਨ ਵਡਾਈ, ਜੋ ਤੂੰ ਦੇ ਸੋ ਕਹਾਂ ਸੁਆਮੀ। ਮੈਂ ਮੂਰਖ ਕਹਿਣ ਨ ਜਾਈ, ਹੋਵੈ ਸਿਫਤ ਖੁਸ਼ਮ ਦੀ। ਨੂਰ ਅਰਸ਼ੋਂ ਕੁਰਸੋਂ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ, ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੀ ਜਾਤ ਰੰਗਾਂ ਕੇ ਨਾਭ, ਸਭਨਾ ਲਿਖਿਆ ਬੁੜੀ ਕਲਾਮ। ਇਹੋ ਲੇਖਾ ਲਿਖ ਜਾਣੈ ਕੋਇ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਣ ਸਵਾਲੇ ਹੋ ਰੂਪ, ਕੀਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਉ ਏਕੋ ਕਬਾਉ, ਤਿਸ ਤੇ ਹੋਏ ਲਖ ਦਰਿਆਉ। ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਦੂਰ ਨੇੜੇ ਤੋਂ ਪਹੁੰਚੇ ਗੁਰੂ ਸਵਾਰੀ ਸਤਸੰਗੀ ਜਨੋ, ਜਪਜੀ ਸਾਹਿਬ ਦੀ 16ਵੀਂ ਪੌੜੀ ਦੀ ਵਿਚਾਰ ਆਪ ਜੀ ਪਿਛਲੇ 2 ਦਿਨਾਂ ਤੋਂ ਇਸ ਪੌੜੀ ਦੀ ਵਿਚਾਰ ਸਰਵਣ ਕਰ ਰਹੇ ਹੋ।
ਅੱਜ ਦੇ ਬਚਨਾਂ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੀ ਬੇਅੰਤਤਾ, ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ, ਜਿਹੜਾ ਉਹਨੂੰ ਕੋਈ ਮਿਣ ਨਹੀਂ ਸਕਦਾ, ਤੋਲ ਨਹੀਂ ਸਕਦਾ, ਜਿਨ੍ਹਾਂ ਦੀ ਸੁਰਤ ਉਹਦੇ ਚਰਨਾਂ ਨਾਲ ਜੁੜ ਗਈ, ਫਿਰ ਉਹ ਐਸੀ ਅਵਸਥਾ ਵਿੱਚ ਚਲੇ ਗਏ ਜਿੱਥੇ ਕੋਈ ਹਿਸਾਬ ਕਿਤਾਬ ਨਹੀਂ ਹੈ। ਇੰਨਾ ਉੱਥੇ ਪਸਾਰਾ ਹੈ। ਗੁਰੂ ਸਾਹਿਬ ਕਹਿੰਦੇ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਉਸ ਇੱਕ ਸ਼ਬਦ ਵਿੱਚੋਂ ਅਨੇਕਾਂ ਸ਼ਬਦ ਨਿਕਲੇ, ਪਸਾਰਾ ਕਰ ਦਿੱਤਾ। ਪਸਾਓ ਦਾ ਅਰਥ ਹੈ ਕਿਸੇ ਚੀਜ਼ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਖਿਲਾਰ ਦੇਣਾ, ਵਧਾ ਦੇਣਾ। ਕੀਤਾ ਪਸਾਓ, ਪ੍ਰਸਾਰਨ ਕੀਤਾ ਅਕਾਲ ਪੁਰਖ ਨੇ ਜਦੋਂ ਜਗਤ ਦੀ ਰਚਨਾ ਕੀਤੀ, ਬਣਾਇਆ ਇਸ ਨੂੰ। ਇਸ ਦੀ ਜਦੋਂ ਸਿਰਜਣਾ ਕੀਤੀ, ਉਸ ਵਕਤ ਦੀ ਗੱਲ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ। ਇੱਕ ਕਵਾਓ ਤੋਂ, ਕਵਾਓ ਦਾ ਅਰਥ ਹੈ ਕੂਣਾ, ਆਵਾਜ਼, ਸਾਊਂਡ। ਜੋ ਅਕਾਲ ਪੁਰਖ ਆਪ ਗੁਰਬਾਣੀ ਅਨੁਸਾਰ ਤਿੰਨ ਰੂਪ ਗੁਰੂ ਸਾਹਿਬ ਨੇ ਕਹੇ ਨੇ, ਨਿਰਗੁਣ, ਸਰਗੁਣ, ਨਿਰੰਕਾਰ, ਸੁਨ ਸਮਾਧੀ ਆਪ। ਆਪੇ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਨਿਰਗੁਣ ਦਾ ਅਰਥ ਹੈ ਜੋ ਹੋਵੇ ਤੇ ਦਿਸੇ ਨਾ, ਇਹ ਉਹਦਾ ਨਿਰਗੁਣ ਸਰੂਪ ਹੈ। ਸਰਗੁਣ ਦਾ ਭਾਵ ਹੈ ਜਿਹੜੀ ਚੀਜ਼ ਦਿਸਦੀ ਹੈ, ਜਿਵੇਂ ਜਿੰਨੀਆਂ ਦੇਹਾਂ ਹਨ, ਸਰੀਰ ਹੈ, ਇਹ ਸਾਰਾ ਉਹਦਾ ਦਿਸਦਾ ਹੋਇਆ ਰੂਪ ਹੈ। ਨਿਰੰਕਾਰ, ਸੁਨ ਸਮਾਧੀ, ਇੱਕ ਉਹਦਾ ਰੂਪ ਹੈ ਸੁਨ ਸਮਾਧੀ। ਇੱਕ ਉਹਦਾ ਰੂਪ ਹੈ ਸ਼ਬਦ। ਇੱਥੇ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਕੀਤਾ ਪਸਾਓ ਏਕੋ ਕਵਾਓ। ਕਵਾਓ ਦਾ ਮਤਲਬ ਸ਼ਬਦ ਹੈ। ਉਹਨੇ ਆਪਣੇ ਵਿੱਚੋਂ ਸਭ ਤੋਂ ਪਹਿਲਾਂ ਜਿਹੜੀ ਚੀਜ਼ ਰਚੀ, ਆਰੰਭ ਵਿੱਚ ਬਣਾਈ, ਜਿਹਦੇ ਤੋਂ ਅੱਗੇ ਸਾਰਾ ਕੁਝ ਬਣਾਇਆ। ਫਿਰ ਉਹ ਪਹਿਲੀ ਚੀਜ਼ ਸੀ ਸ਼ਬਦ। ਸ਼ਬਦ ਦਾ ਅਰਥ ਹੈ ਆਵਾਜ਼। ਅੱਗੋਂ ਫਿਰ ਉਹਦੇ ਤੋਂ ਕਈ ਆਵਾਜ਼ਾਂ ਬਣ ਗਈਆਂ, ਕਈ ਵਰਨਮਾਲਾ ਬਣ ਗਈਆਂ, ਕਈ ਅੱਖਰ ਬਣ ਗਏ, ਕਈ ਭਾਸ਼ਾਵਾਂ ਬਣ ਗਈਆਂ, ਕਈ ਬੋਲੀਆਂ ਪੈਦਾ ਹੋ ਗਈਆਂ, ਕਈ ਜਾਤੀਆਂ ਬਣ ਗਈਆਂ, ਕਿੰਨੇ ਪ੍ਰਕਾਰ ਦੇ ਅਰਬਾਂ ਤਰ੍ਹਾਂ ਦੇ ਜੀਵ ਪੈਦਾ ਹੋ ਗਏ ਉਹਦੇ ਵਿੱਚੋਂ। ਇੱਥੇ ਸਤਿਗੁਰਾਂ ਨੇ ਆਰੰਭ ਵਿੱਚ ਇੱਕ ਬਚਨ ਕੀਤਾ, ਕਹਿਣ ਲੱਗੇ ਜਦੋਂ ਉਹਨੇ ਹਰ ਇੱਕ ਜੀਵ ਨੂੰ ਬਣਾਇਆ ਤੇ ਜਦੋਂ ਉਹਨੇ ਇਹ ਪੈਦਾ ਕੀਤੇ, ਤੇ ਇੱਕ ਉਹਦੇ ਹੁਕਮ ਦੀ ਕਲਮ ਸੀ ਉਹਦੇ ਹੱਥ ਵਿੱਚ। ਹੁਕਮ ਦੁਆਰਾ ਇੱਕ ਕਲਮ ਬਣਾਈ ਉਸਨੇ, ਲਿਖਣ ਵਾਲੀ, ਜਿਹਦੇ ਨਾਲ ਕੁਝ ਲਿਖਿਆ ਜਾਏ। ਜਦੋਂ ਜੀਵ ਨੂੰ ਪੈਦਾ ਕੀਤਾ ਤਾਂ ਕਲਮ ਇੱਕ ਬਣਾਈ। ਉਸ ਕਲਮ ਦੇ ਨਾਲ ਸਾਰੇ ਬੰਦਿਆਂ ਦੀ, ਜਿਹਨੂੰ ਅਸੀਂ ਕਹਿੰਦੇ ਹਾਂ ਕਿਸਮਤ, ਸਾਰੇ ਜੀਵਾਂ ਦੀ ਲਿਖ ਦਿੱਤੀ। ਸਭਨਾ ਲਿਖਿਆ ਬੁੜੀ ਕਲਾਮ। ਕਲਾਮ ਦੇ ਅਰਥ ਨੇ ਕਲਮ। ਬੁੜੀ ਦਾ ਅਰਥ ਹੈ ਚੱਲੀ। ਜਦੋਂ ਜੀਵ ਪੈਦਾ ਕੀਤੇ ਅਕਾਲ ਪੁਰਖ ਨੇ, ਸੰਸਾਰ ਬਣਾਇਆ ਤੇ ਆਪਣੇ ਤੋਂ ਅਲੱਗਾ ਕਰਕੇ, ਵੱਖਰਾ ਕਰਕੇ, ਆਪਣੇ ਵਿੱਚੋਂ ਕਿਣਕਾ ਮਾਤਰ ਇੱਕ ਜੀਵ ਬਣਾ ਦਿੱਤਾ। ਕਬੀਰ ਜੀ ਨੇ ਬਚਨ ਕੀਤੇ ਨੇ, ਕਹੋ ਕਬੀਰ ਇਹ ਰਾਮ ਕੀ ਅੰਸ਼। ਆਪਣੇ ਵਿੱਚੋਂ ਹੀ ਉਹਨੇ ਪੈਦਾ ਕੀਤਾ ਸਾਰਿਆਂ ਨੂੰ। ਜਿਵੇਂ ਸਮੁੰਦਰ ਵਿੱਚ ਸ਼ਕਤੀ ਆ ਜਾਏ ਕਿ ਉਹ ਆਪਣੇ ਵਿੱਚੋਂ ਛੋਟੀਆਂ ਛੋਟੀਆਂ ਬੂੰਦਾਂ ਨੂੰ ਵੱਖਰਾ ਕਰੀ ਜਾਏ। ਉਹ ਬੂੰਦਾਂ ਜਿਹੜੀਆਂ ਨੇ ਉਹਦਾ ਹੀ ਰੂਪ ਹਨ। ਤਾਂ ਇਸ ਤਰ੍ਹਾਂ ਜਦੋਂ ਵੱਖਰਾ ਕੀਤਾ ਸਾਨੂੰ ਉਹਨੇ, ਆਪਣੇ ਤੋਂ ਇੱਕ ਵੱਖਰੀ ਹੋਂਦ ਬਣਾ ਦਿੱਤੀ,
फिर उस होंद दे उत्ते अकाल पुरख वाहिगुरू ने अपने हुक्म रूपी कलम दे नाल उस बंदे दी किस्मत लिखी, लेख लिख दिते, जिन्हों गुरु साहब कहते ने कि सिर के लेख ना पढ़े ए आना। भावें तू किन्ना पढ़ गया, भावें तू किन्ना सियाणा है, भावें तेरे कोल कुछ भी होवे, पर तेरे कोल ये समर्था गुरु तो बिना नहीं आ सकती कि तू अपनी जिंदगी दे लेख पढ़ लवें। सिर के लेख, सिर का मतलब है ये सिर जिहड़ा है। वैसे तजर्बेकारां दा एक ये कहना है कि जदों बंदे दा अंतिम संस्कार किया जाता है, बाद विच असीं कहने आ दे फुੱਲ चुके गए ने, उदों किसे किसे बंदे दी ये मस्तक वाली जिहड़ी फट्टी है साबत बच जाती है। नहीं तो आम तौर पर अग्नि इन्नी तेज हुंदी है जां शरीर दा जिहड़ा हड्डियां ने उन्हां विच कैल्शियम इन्ना घट जाता है कि अग उन्हां नूं साड़ दिंदी है जदों उहदा संस्कार किया जाता है। पर कोई विरला शरीर ऐसा हुंदा है जिहदे अंतिम संस्कार तो बाद उहदी ये मत्थे वाली जिहड़ी हड्डी है बिल्कुल साफ बच जाती है। और कईयां ने उन्होंने वेख्या भी चंगी तरह धो के, किते किते उन्होंने मिलिया कि उहदे उत्ते कुछ इस तरह दीयां लीकां लिखियां होईयां ने उस हड्डी दे उत्ते, उस मस्तक दे कुछ ना कुछ उत्थे लिखिया। वो भाषा किहड़ी है तो रब दा काम है, जां गुरु जानदा जां परमात्मा किहड़ी भाषा है। एक गल पक्की है भी एक भाषा ऐसी है जिहदे विचों सारियां भाषावां निकलियां ने। तुसीं वेखो गुरु नानक देव सच्चे पातशाह जी किन्ने लोकां कोल गए, किन्ने देशां विच गए, किन्ने इलाकिਆਂ विच गए, सारिਆਂ नाल गल किवें कर लई, तरीका किहड़ा सी। इन्नी तरह दे तुसीं वेखो पंजाब किन्ना कुछ छोटा जिहा है, इहदे एक सिरे तो तुरो ते 4-5 घंटिਆਂ ਵਿੱਚ तुसीं सारे पंजाब नूं पार कर जांदे हो। ਇਹਦੇ ਵਿੱਚ ਜੇ उस साइड ਦਾ ਬੰਦਾ दूसरी साइड ਤੇ चला जाए तो ਅੱਧੇ ਅਕਸ਼ਰਾਂ ਦਾ ਉਹਨੂੰ ਪਤਾ नहीं लगता भी ਕੀ ਕਹਿੰਦੇ ਨੇ, ਭਾਸ਼ਾ ਸਮਝ ਵਿੱਚ नहीं ਆਉਂਦੀ। पर जदों गुरु नानक साहब सच्चे पातशाह जी ਵੱਲ ਵੇਖਨੇ आ, कभी मक्के मदीने विच बैठे ने, उत्थों दे लोकां नाल वार्ता कर रहे हैं, भावें वो अरबी जानते सन, पर अरबी दे भी कई रूप सन, फारसी दे भी कई रूप सन। कदी वो इधर बड़ी दूर तमिलनाडु, श्रीलंका, असाम, गुवाहाटी, जगन्नाथपुरी कई पासियां वल गए, सुमेर पर्बत ते गए, किसे थां ते जिथे गए उथों दे लोकां नाल किवें गल कीती, किहड़ा तरीका सी। ये नहीं कि उन्होंने पहलां बैठ के भाषा सीखी होवे सारी दुनिया दी, नहीं तो 50 साल लग जांदे ये सीखण लग्गियां। इउं लगदा उन्होंने कोई ऐसी भाषा सिख लई सी जिहदे नाल सारियां भाषावां पढ़ियां जा सकदियां ने, जिहदे नाल केवल आदमियां दी भाषा नहीं पशुआं ते पंछियां दी भाषा भी पढ़ी जा सकदी है। तुसीं आसा दी वार हर रोज़ इहदा कीर्तन भी हुंदा, सुणदे भी, उहदे विच एक बचन आएगा, ध्यान नाल आप जी ने पढ़ना और सुनना। ਉਹਦੇ ਵਿੱਚ ਹਜ਼ੂਰ ਨੇ ਸਾਰੇ ਜਗਤ ਦਾ ਨਕਸ਼ਾ ਖਿੱਚ ਦਿੱਤਾ। ਉਹ ਕਹਿੰਦੇ ਨੇ ਮੁਸਲਮਾਨਾ ਸਿਫਤ ਸ਼ਰੀਅਤ ਪੜ੍ਹ ਪੜ੍ਹ ਕਰੈ ਵਿਚਾਰ, ਬੰਦੇ ਸੇ ਜੇ ਪਵੈ ਵਿੱਚ ਬੰਦੀ ਵੇਖਣ ਕੋ ਦੀਦਾਰ, ਹਿੰਦੂ ਸਾਲਾਹੀ ਸਾਲਾਹਣ ਦਰਸ਼ਨ ਰੂਪ ਅਪਾਰ, ਤੀਰਥ ਨਾਵੈ ਅਰਚਾ ਪੂਜਾ ਅਗਰ ਵਾਸ ਬਹਿਕਾਰ। ਮੁਸਲਮਾਨ ਕਿਵੇਂ ਉਹਨੂੰ ਜਪਦੇ ਨੇ ਇਹ ਵੀ ਦੱਸਿਆ, ਹਿੰਦੂ ਕਿਵੇਂ ਜਪਦੇ ਇਹ ਵੀ। फिर कहते जोगी सुन ध्यान जेते अलख नाम करतार, सूक्ष्म मूर्त नाम निरंजन काया का आकार। इत्थे जोगियां दा वर्णन किया। सतियां मन संतोख उपजै देने कै विचार, दे दे मंगै सहसा गुणा शोभ करे संसार। इत्थे सतियां दी गल कीती।
ਚੋਰਾਂ ਯਾਰਾਂ ਤੈ ਕੂੜਿਆਰਾਂ ਖਾਰਾਬਾਂ ਬੇਕਾਰ। ਇੱਕ ਹੁੰਦਾ ਖਾਏ ਚੱਲੇ ਐ ਥਾਉ ਤਿਨਾ ਪਿਕਾਈ ਕਾਰ। ਜਲ ਥਲ ਪੁਰੀਆਂ ਲੋਮਾਂ ਆਕਾਰਾਂ ਆਕਾਰ। ਓਏ ਜੇ ਆਖੈਂ ਸੋ ਤੂੰ ਹੈ ਜਾਣੈ। ਇਹ ਪੰਕਤੀ ਵੱਲ ਧਿਆਨ ਦੇਣਾ ਜਦੋਂ ਆਸਾ ਦੀ ਵਾਰ ਵਿੱਚ ਹੈ। ਜਲ ਥਲ ਜੀਆਂ ਪੁਰੀਆਂ ਲੋਵਾਂ। ਜਲ ਦਾ ਅਰਥ ਹੈ ਪਾਣੀ ਵਿੱਚ, ਥਲ ਦਾ ਅਰਥ ਹੈ ਧਰਤੀ ਤੇ। ਗੁਰੂ ਸਾਹਿਬ ਕਹਿੰਦੇ ਨੇ ਜਲ ਵਿੱਚ 42 ਲੱਖ ਨੇ, ਧਰਤੀ ਤੇ 42 ਲੱਖ। ਇੰਨੇ ਜੀਵ ਸਾਰਿਆਂ ਦੀ ਇੱਕ ਇੱਕ ਭਾਸ਼ਾ ਹੈ। ਉਹ ਇੱਕ ਇੱਕ ਭਾਸ਼ਾ ਬੋਲਦੇ। ਜ਼ਰੂਰੀ ਨਹੀਂ ਕਿ ਬੰਦਾ ਹੀ ਭਾਸ਼ਾ ਬੋਲਦਾ, ਪਸ਼ੂਆਂ ਦੀ ਵੀ ਇੱਕ ਭਾਸ਼ਾ ਹੈ, ਪੰਛੀਆਂ ਦੀ ਵੀ ਇੱਕ ਭਾਸ਼ਾ ਹੈ। ਜਲ ਥਲ ਪੁਰੀਆਂ ਜੀਆਂ ਲੋਵਾਂ ਆਕਾਰਾਂ ਆਕਾਰ। ਓਏ ਜੇ ਆਖੈਂ, ਉਹ ਜੋ ਕੁਝ ਕਹਿੰਦੇ ਨੇ, ਉਹ ਜਿਹੜੀ ਭਾਸ਼ਾ ਬੋਲਦੇ ਨੇ ਉਹ ਜੀਵ, ਉਹਦੇ ਵਿੱਚ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੇ ਆ ਜਾਂਦੇ। ਓਏ ਜੇ ਆਖੈਂ ਸੋ ਤੂੰ ਹੈ ਜਾਣੈ। ਹੇ ਅਕਾਲ ਪੁਰਖ ਵਾਹਿਗੁਰੂ, ਉਹ ਜਿਹੜੀ ਜਿਹੜੀ ਭਾਸ਼ਾ ਵਿੱਚ ਤੇਰੇ ਨਾਲ ਗੱਲ ਕਰਦੇ ਨੇ ਉਹਨਾਂ ਸਾਰਿਆਂ ਦੀ ਭਾਸ਼ਾ ਤੂੰ ਸਮਝ ਲੈਣਾ। ਤਾਂ ਇਹ ਗੱਲ ਸਾਫ਼ ਹੋ ਗਈ। ਅਕਾਲ ਪੁਰਖ ਜੇ ਸਾਰਿਆਂ ਜੀਵਾਂ ਦੀ ਭਾਸ਼ਾ ਸਮਝ ਲੈਂਦਾ ਹੈ ਤੇ ਗੁਰੂ ਵਿੱਚ ਤੇ ਅਕਾਲ ਪੁਰਖ ਵਿੱਚ ਕੋਈ ਫਰਕ ਨਹੀਂ। ਇਸ ਕਰਕੇ ਗੁਰੂ ਨੂੰ ਭਾਸ਼ਾ ਪੜ੍ਹਨ ਦੀ ਲੋੜ ਨਹੀਂ ਪਈ। ਉਹਨੇ ਤਾਂ ਅੰਦਰੋਂ ਹੀ ਵੇਖ ਲਿਆ ਬੰਦਾ ਕਹਿਣਾ ਕੀ ਚਾਹੁੰਦਾ ਹੈ। ਬਾਹਰਲੇ ਸ਼ਬਦਾਂ ਦੀ ਉਹਨੂੰ ਲੋੜ ਨਹੀਂ। ਆਪਾਂ ਪੜ੍ਹਦੇ ਹਾਂ ਕਿ ਬਿਨ ਬੋਲਿਆਂ ਸਭ ਕੁਛ ਜਾਣਦਾ। ਇਹ ਨਹੀਂ ਤੈਨੂੰ ਪੁੱਛਣ ਦੀ ਲੋੜ ਵੀ ਤੂੰ ਸਾਡੀ ਭਾਸ਼ਾ ਜਾਣਦਾ ਕਿ ਨਹੀਂ। ਬਸ ਅੰਦਰ ਇੱਕ ਭਾਵ ਉੱਠਿਆ ਤੇ ਰੱਬ ਨੇ ਉਸੇ ਵੇਲੇ ਪੜ੍ਹ ਲਿਆ। ਉਹ ਸ਼ਬਦ ਕੋਈ ਵੀ ਹੋਣ, ਉਹਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੀ। ਉਹ ਬਾਹਰਲੇ ਸ਼ਬਦਾਂ ਨੂੰ ਫੜਦੇ ਨਹੀਂ, ਉਹ ਤਾਂ ਹਵਾ ਵਿੱਚ ਉੱਡ ਜਾਂਦੇ। ਉਹ ਕਹਿੰਦੇ ਦੱਸੋ ਅੰਦਰੋਂ ਕੀ ਹੈ। ਓਏ ਜੇ ਆਖੈਂ ਸੋ ਤੂੰ ਹੈ ਜਾਣੈ। ਏਡਾ ਵੱਡਾ ਅੰਤਰਜਾਮੀ ਕਿ ਬੰਦਾ ਕਿਤੇ ਵੀ ਕੁਝ ਸੋਚਦਾ ਹੈ, ਉਹ ਖਿਆਲ ਪਹਿਲਾਂ ਰੱਬ ਕੋਲੋਂ ਹੋ ਕੇ ਆਉਂਦਾ। ਓਏ ਜੇ ਆਖੈਂ ਸੋ ਤੂੰ ਹੈ ਜਾਣੈ। ਫਿਰ ਇੱਕ ਹੋਰ ਬਚਨ ਕਿਹਾ। ਹਜ਼ੂਰ ਕਹਿੰਦੇ ਤਿੰਨਾਂ ਵੀ ਤੇਰੀ ਸਾਰ। ਉਹਨਾਂ ਨੂੰ ਵੀ ਪਤਾ ਹੈ ਵੀ ਕੋਈ ਰੱਬ ਹੈ ਸਾਡਾ। ਸਾਰਿਆਂ ਦਾ ਆਪਣਾ ਆਪਣਾ ਪਰਮਾਤਮਾ ਹੈ, ਕੋਈ ਵੀ ਉਹਦੇ ਤੋਂ ਖਾਲੀ ਹੈ ਨਹੀਂ। ਤਾਂ ਬੇਨਤੀ ਕਰ ਰਿਹਾ ਸੀ, ਜਦੋਂ ਜਦੋਂ ਕਿਸੇ ਜੀਵ ਨੂੰ ਬਣਾਇਆ ਤਾਂ ਗੁਰੂ ਸਾਹਿਬ ਕਹਿੰਦੇ ਨੇ ਸਭਨਾ ਲਿਖਿਆ ਬੁੜੀ ਕਲਾਮ। ਇੱਕ ਕਲਮ ਚੱਲੀ ਤੇ ਬੰਦੇ ਦੇ ਅੰਤਿਸ਼ ਕਰਨ ਵਿੱਚ ਅਦ੍ਰਿਸ਼ਟ ਤੌਰ ਤੇ ਇਹ ਲੇਖ ਲਿਖ ਦਿੱਤੇ ਗਏ ਵੀ ਇਹਨੇ ਅੱਗੋਂ ਕਿਵੇਂ ਦਾ ਇਹਦਾ ਸੁਭਾਅ ਬਣੇਗਾ, ਇਹ ਕਿਹੜੀ ਥਾਂ ਤੇ ਜਨਮ ਲਵੇਗਾ, ਕਿੰਨੇ ਸਾਲ ਇਹਨੇ ਜਿਉਣਾ। ਗਿਣ ਕੇ ਸਵਾਸ ਪਾ ਦਿੱਤੇ, ਗਿਣ ਕੇ ਦਿਨ ਦੱਸ ਦਿੱਤੇ, ਗਿਣ ਕੇ ਦਾਣੇ ਪਾ ਦਿੱਤੇ ਵੀ ਇੱਥੇ ਇੱਥੇ ਇਹਨੇ ਖਾਣਾ ਪੀਣਾ ਹੈ, ਸਭ ਕੁਝ ਪਾ ਦਿੱਤਾ। ਹੁਣ ਗੁਰੂ ਸਾਹਿਬ ਕਹਿੰਦੇ ਇਹ ਲੇਖਾ ਲਿਖ ਜਾਣਾ ਕੋਏ। ਹੁਣ ਇਸ ਲੇਖੇ ਨੂੰ ਜਿਹੜਾ ਸਾਡੇ ਅੰਦਰ ਵਾਹਿਗੁਰੂ ਨੇ ਲਿਖ ਦਿੱਤਾ ਹੈ, ਅੰਦਰਲੀ ਭਾਸ਼ਾ ਨੂੰ ਅਸੀਂ ਪੜ੍ਹਨਾ ਹੈ, ਉਹ ਬੰਦਾ ਹੀ ਸੰਪੂਰਨ ਹੈ ਜਿਹਨੇ ਉਸ ਲੇਖੇ ਨੂੰ ਅੰਦਰੋਂ ਲੱਭ ਲੈਣਾ ਹੈ ਵੀ ਕਿੱਥੇ ਕਰਕੇ ਲਿਖਿਆ ਹੋਇਆ ਹੈ। ਤਰੀਕਾ ਦੱਸਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਆਹ ਭਾਸ਼ਾ ਸਿੱਖਣ ਵਾਸਤੇ ਵੀ 2, 4, 10 ਸਾਲ ਲੱਗਦੇ ਨੇ ਬੱਚੇ ਨੂੰ, ਤਾਂ ਕਿਸੇ ਭਾਸ਼ਾ ਦੀ ਸਮਝ ਆਉਂਦੀ। ਪਰ ਉਸ ਭਾਸ਼ਾ ਦੀ ਸਮਝ ਸਿਰਫ ਭਗਤਾਂ ਨੂੰ ਆਈ ਵੀ ਸਾਡੇ ਅੰਦਰ ਕੀ ਲਿਖਿਆ ਹੋਇਆ ਹੈ। ਫਿਰ ਜਿਨ੍ਹਾਂ ਨੂੰ ਆਪਣਾ ਅੰਦਰ ਪੜ੍ਹਨਾ ਆ ਗਿਆ, ਉਹਨਾਂ ਨੂੰ ਦੂਜਿਆਂ ਦਾ ਅੰਦਰ ਵੀ ਪੜ੍ਹਨਾ ਆ ਗਿਆ। ਤੁਸੀਂ ਕਈ ਘਟਨਾਵਾਂ ਆਪਣੇ ਜੀਵਨ ਵਿੱਚ ਵੇਖੋਗੇ ਕਿ ਗੁਰੂ ਸਾਹਿਬ ਨੇ ਕਈਆਂ ਨੂੰ ਕਿਹਾ, ਗੁਰਮੁਖ ਪਿਆਰਿਆਂ ਨੇ ਕਈਆਂ ਨੂੰ ਕਿਹਾ ਤੇਰੇ ਭਾਗਾਂ ਵਿੱਚ ਇਸ ਤਰ੍ਹਾਂ ਹੈ, ਕਿਵੇਂ ਪੜ੍ਹਿਆ ਹੋਵੇਗਾ। ਤਾਂ ਉਹਨੂੰ ਹਰ ਇੱਕ ਬੰਦਾ ਪੜ੍ਹ ਸਕਦਾ ਆਪ। ਉਸੇ ਨੂੰ ਗਿਆਨੀ ਕਿਹਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਗਿਆਨੀ ਦੇ ਅਰਥ ਗਿਆਨਵਾਨ ਪੁਰਸ਼, ਗਿਆਨੀ ਦੇ ਅਰਥ ਜਾਣਕਾਰ ਵਿਅਕਤੀ। ਵੈਸੇ ਇਹ ਜਿਹੜਾ ਸ਼ਬਦ ਹੈ ਗਿਆਨੀ ਅਸੀਂ ਜੋੜ ਦਿੱਤਾ ਸਿਰਫ ਗੁਰਦੁਆਰੇ ਵਿੱਚ ਪਾਠ ਕਰਨ ਵਾਲੇ ਦੇ ਨਾਲ। ਗਿਆਨੀ ਦਾ ਅਰਥ ਹੈ ਜਾਣਕਾਰ। ਉਹ ਕਿਸੇ ਵੀ ਚੀਜ਼ ਦਾ ਗਿਆਨੀ ਹੋ ਸਕਦਾ। ਮੈਡੀਕਲ ਦਾ ਗਿਆਨੀ ਹੈ, ਗਿਆਨੀ ਦੇ ਅਰਥ ਕਰਾਂਗੇ ਡਾਕਟਰ ਹੈ। ਜੇ ਹੋਰ ਡੂੰਘੇ ਵਿੱਚ ਜਾਓ ਨਾ, ਵੈਸੇ ਕਈ ਸ਼ਬਦ ਬੜੇ ਭੰਡੇ ਜਾਂਦੇ ਨੇ। ਜਿਵੇਂ ਮਸੰਦ ਸ਼ਬਦ ਭੰਡਿਆ ਗਿਆ ਵੀ ਮਸੰਦ ਦਾ ਨਾਮ
ਕੋਈ ਬੰਦਾ ਬੜਾ ਭ੍ਰਿਸ਼ਟ ਜਿਹਾ ਹੋਵੇ, ਅਸੀਂ ਅੱਜ ਕੱਲ੍ਹ ਉਹਨੂੰ ਕਹਿੰਦੇ ਆ ਤੇ ਮਸੰਦ ਹੋ ਗਿਆ ਹੈ। ਮਸੰਦ ਬੜਾ ਵੱਡਾ ਸ਼ਬਦ ਹੈ। ਮਸੰਦ ਦਾ ਅਰਥ ਹੈ ਅੱਗੇ ਤੁਰਨ ਵਾਲਾ ਵਿਅਕਤੀ, ਸਮਝਦਾਰ ਵਿਅਕਤੀ। ਤਾਂ ਗਿਆਨੀ ਦੇ ਅਰਥ ਨੇ ਜਾਣਕਾਰ। ਗੁਰੂ ਸਾਹਿਬ ਨੇ ਕਿਹਾ ਗਿਆਨੀ ਕੌਣ ਹੈ? ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਜਿਹਨੇ ਆਪਣੇ ਅੰਦਰੋਂ ਆਪਣੇ ਆਪ ਨੂੰ ਵੇਖ ਕੇ ਆਪਣੇ ਜੀਵਨ ਦੇ ਲੇਖ ਪੜ੍ਹਦੇ ਨੇ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ, ਆਪਣੇ ਆਪ ਨੂੰ ਪਛਾਣ ਲਵੇ, ਵੇਖ ਲਵੇ। ਆਪ ਪਛਾਣੈ ਬੂਝੈ ਸੋਏ। ਇਸ ਤਰ੍ਹਾਂ ਦਾ ਗਿਆਨਵਾਨ ਵਿਅਕਤੀ ਆਪਣੇ ਜੀਵਨ ਵਿੱਚ ਲਿਖੀ ਹੋਈ ਪਰਮਾਤਮਾ ਦੀ ਬੁੜੀ ਕਲਾਮ ਨੂੰ ਕੁਝ ਪੜ੍ਹਨਾ ਸ਼ੁਰੂ ਕਰ ਦਿੰਦਾ ਹੈ, ਔਰ ਉਹਨਾਂ ਲੇਖਾਂ ਨੂੰ ਪੜ੍ਹ ਕੇ ਫਿਰ ਜਦੋਂ ਬੰਦਾ ਬਾਹਰ ਬੋਲਦਾ ਜਾਂ ਲਿਖਦਾ ਹੈ, ਉਹ ਲੇਖ ਬਿਲਕੁਲ ਠੀਕ ਹੁੰਦੇ ਨੇ, ਉਹਦੇ ਵੱਲੋਂ ਵੇਖ ਕੇ ਲਿਖੇ ਜਾਂਦੇ ਨੇ ਜ਼ਿੰਦਗੀ ਵਿੱਚ। ਤਾਂ ਸਤਿਗੁਰੂ ਨੇ ਤਰੀਕਾ ਦੱਸਿਆ ਵੀ ਆਪਣੇ ਅੰਦਰ ਦੇ ਲੇਖਾਂ ਨੂੰ, ਆਪਣੇ ਅੰਦਰ ਦੀ ਭਾਸ਼ਾ ਨੂੰ ਕਿਵੇਂ ਪੜ੍ਹਨਾ, ਉਹਦੇ ਵਿੱਚ ਕੀ ਲਿਖਿਆ ਹੋਇਆ। ਆਦਮੀ ਨੂੰ ਜਦੋਂ ਬਣਾਇਆ ਉਹਦੇ ਵਿੱਚ ਕੀ ਲਿਖਿਆ। ਤਾਂ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਤੇਰੇ ਸਰੀਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੇ ਸਭ ਤੋਂ ਪਹਿਲਾਂ ਲਿਖਿਆ ਸੀ ਆਪਣਾ ਨਾਮ ਵਿੱਚ ਪਾਇਆ ਸੀ, ਸਾਰਿਆਂ ਵਿੱਚ ਲਿਖਿਆ ਜਦੋਂ ਬਣਾਇਆ ਸੀ। ਕਿਉਂਕਿ ਲੇਖਾਂ ਤੋਂ ਬਿਨਾਂ ਤੇ ਜਨਮ ਹੀ ਕੋਈ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਆਉਂਦਾ ਹੈ ਕਿ ਜਿੰਨਾ ਚਿਰ ਬੰਦੇ ਦੇ ਅੰਦਰ ਤਮੰਨਾ ਨਹੀਂ ਬਣਦੀ, ਇੱਛਾ ਨਹੀਂ ਬਣਦੀ, ਵਾਸ਼ਨਾ ਨਹੀਂ ਬਣਦੀ, ਉਹਨਾਂ ਚਿਰ ਤੇ ਜਨਮ ਹੀ ਨਹੀਂ ਹੋ ਸਕਦਾ। ਭਾਵੇਂ ਕੋਈ ਪੈਗੰਬਰ ਵੀ ਕਿਉਂ ਨਾ ਹੋਵੇ, ਭਾਵੇਂ ਕੋਈ ਗੁਰੂ ਵੀ ਕਿਉਂ ਨਾ ਹੋਵੇ, ਤਮੰਨਾ ਤੇ ਚਾਹੀਦੀ ਹੈ, ਸਰੀਰ ਤਾਂ ਮਿਲੇਗਾ। ਕੋਈ ਨਾ ਕੋਈ ਖਵਾਇਸ਼ ਚਾਹੀਦੀ ਹੈ, ਖਵਾਇਸ਼ ਤੋਂ ਬਿਨਾਂ ਜਨਮ ਨਹੀਂ ਹੁੰਦਾ। ਤਾਂ ਉਹ ਜਿਹੜਾ ਲੇਖ ਲਿਖਿਆ ਪਹਿਲਾਂ ਰੱਬ ਨੇ, ਪਹਿਲਾਂ, ਹੁਣ ਤੇ ਅਸੀਂ ਆਪਣੇ ਜਿਹੜੇ ਕਾਲੇ ਕਰਮ ਲਿਖੇ ਨੇ ਉਹਦੇ ਕਰਕੇ ਤਾਂ ਕਈ ਜਨਮ ਮਿਲਣਗੇ ਨਾ, ਜਿਹੜੇ ਅਸੀਂ ਲਿਖੇ ਆਪਣੇ ਹੱਥਾਂ ਨਾਲ, ਆਪਣੀ ਮਰਜ਼ੀ ਨਾਲ ਲਿਖ ਦਿੱਤੇ, ਉਹਦੇ ਨਾਲ ਤੇ ਹੋਰ ਜਨਮ ਅੱਗੇ ਦੇ ਅੱਗੇ ਕਈ ਮਿਲ ਸਕਦੇ। ਪਰ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਪੁੱਛਤ ਜਿਉ ਕਹਿ ਪਾਇਆ, ਕਿ ਮੈਂ ਪਹਿਲਾ ਜਨਮ ਕਿਵੇਂ ਲਿਆ। ਕਬੀਰ ਜੀ ਦਾ ਸ਼ਬਦ ਹੈ, ਜਦੋਂ ਮੇਰੀ ਕੋਈ ਵਾਸ਼ਨਾ ਹੀ ਨਹੀਂ ਸੀ, ਸਰੀਰ ਪਹਿਲਾਂ ਹੈ ਹੀ ਨਹੀਂ ਸੀ, ਉਦੋਂ ਕਿਵੇਂ ਮਿਲਿਆ ਇਹ ਸਰੀਰ। ਤਾਂ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਨੇ ਇਸ ਬੰਦੇ ਦੇ ਮਸਤਕ ਦੇ ਉੱਤੇ ਆਪਣੇ ਪ੍ਰੇਮ ਦਾ ਸ਼ਬਦ ਲਿਖਿਆ ਕਿ ਤੂੰ ਜਨਮ ਲੈਣਾ ਹੈ ਔਰ ਮੈਨੂੰ ਪ੍ਰੇਮ ਕਰਨਾ ਹੈ। ਬਸ ਇਹ ਲੇਖ ਸਭ ਤੋਂ ਪਹਿਲਾ ਹੈ। ਸਾਰਿਆਂ ਜੀਵਾਂ ਵਿੱਚ ਇਹ ਲੇਖ ਲਿਖ ਕੇ ਪਹਿਲਾ ਜਨਮ ਦਿੱਤਾ ਰੱਬ ਨੇ। ਨਾਮ ਲਿਖਿਆ ਤੇ ਜਨਮ ਦੇ ਦਿੱਤਾ। ਪਰ ਜਿਉਂ ਹੀ, ਇਸ ਲਈ ਜਿੰਨਾ ਚਿਰ ਜਨਮ ਨਹੀਂ ਹੁੰਦਾ ਉਹਨਾਂ ਚਿਰ ਬੰਦਾ ਨਾਮ ਨਾਲ ਜੁੜਿਆ ਰਹਿੰਦਾ ਹੈ। ਗੁਰੂ ਅਮਰਦਾਸ ਜੀ ਦੇ ਬਚਨ ਪੜ੍ਹਨੇ, ਹਜ਼ੂਰ ਕਹਿੰਦੇ ਨੇ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ, ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ। ਹੁਣ ਮਾਇਆ ਦੁਆਰਾ ਜਨਮ ਮਿਲਿਆ, ਕਿਉਂਕਿ ਮਾਇਆ ਤੋਂ ਬਿਨਾਂ ਜਨਮ ਨਹੀਂ ਹੁੰਦਾ, ਵਾਸ਼ਨਾ ਤੋਂ ਬਿਨਾਂ ਸਰੀਰ ਹੀ ਨਹੀਂ ਬਣਦਾ। ਸੰਸਾਰ ਦੇ ਅੰਦਰ ਜੇ ਵਾਸ਼ਨਾ ਹੀ ਨਾ ਹੁੰਦੀ ਤੇ ਸਰੀਰ ਹੀ ਨਹੀਂ ਸਨ ਬਣਨੇ, ਪੈਦਾ ਨਹੀਂ ਸੀ ਹੋਣੇ। ਇਸ ਕਰਕੇ ਮਾਇਆ ਰੱਬ ਨੂੰ ਮਜਬੂਰਨ ਪੈਦਾ ਕਰਨੀ ਪਈ, ਉਹਦੇ ਤੋਂ ਬਿਨਾਂ ਸੰਸਾਰ ਦਾ ਵਿਕਾਸ ਨਹੀਂ ਹੁੰਦਾ। ਪਰ ਹੋਇਆ ਕਿ ਜਿਸ ਚੀਜ਼ ਦੇ ਨਾਲ ਸੰਸਾਰ ਨੂੰ ਬਣਾਇਆ ਸੀ, ਬੰਦਾ ਜਨਮ ਲੈਂਦਿਆਂ ਸਾਰ ਉਹਦੇ ਨਾਲ ਹੀ ਚੰਬੜ ਗਿਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਦੁਬਿਧਾ ਜਾਗ ਮਨ ਵਿੱਚ, ਉਸ ਲੇਖ ਨੂੰ ਭੁੱਲ ਗਏ ਜਿਹੜੇ ਅੰਦਰ ਲਿਖ ਕੇ ਕੱਲੇ ਸੀ। ਇਹ ਸੱਚਾਈ ਹੈ, ਤਜਰਬੇਕਾਰਾਂ ਦਾ ਤਜਰਬਾ। ਉਹ ਕਹਿੰਦੇ ਨੇ ਆਦਮੀ ਜਨਮ ਤੋਂ ਪਹਿਲਾਂ ਬੜੀ ਵਾਰੀ ਰੱਬ ਅੱਗੇ ਅਰਦਾਸ ਕਰਦਾ ਹੈ, ਇੱਕ ਵਾਰੀ ਮੈਨੂੰ ਜਨਮ ਦਿਓ, ਮੈਂ ਤੁਹਾਨੂੰ ਯਾਦ ਰੱਖਾਂਗਾ। ਇਹ ਗੁਰਬਾਣੀ ਦੇ ਵਿੱਚ ਵੀ ਸ਼ਬਦ ਆਏ ਨੇ। ਔਰ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਹੰਢਾਇਆ ਉਹਨਾਂ ਦਾ ਵੀ ਤਜਰਬਾ ਹੈ ਕਿ ਬਹੁਤੇ ਲੋਕਾਂ ਦਾ ਜਨਮ ਰੱਬ ਨਾਲ ਐਗਰੀਮੈਂਟ ਕਰਕੇ, ਇਹ ਲਿਖਤ ਕਰਕੇ ਹੁੰਦਾ ਹੈ ਕਿ ਜਨਮ ਲੈਣ ਤੋਂ ਬਾਅਦ ਮੈਂ ਤੇਰੀ ਯਾਦ ਵਿੱਚ ਜੀਵਾਂਗਾ, ਪਰ ਜਨਮ ਲੈਂਦਿਆਂ ਸਾਰ ਭੁੱਲ ਗਿਆ। ਹੁਣ ਉਹਨਾਂ ਲੇਖਾਂ ਨੂੰ ਮਿਟਾਉਣਾ ਤੇ ਨਵੇਂ ਲੇਖ ਲਿਖਣੇ ਕਿਵੇਂ, ਜਿਹਨੂੰ ਕਿਸਮਤ ਕਹਿੰਦੇ।
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿਣ ਲੱਗੇ ਜੇ ਤੂੰ ਅੰਦਰਲੇ ਲੇਖਾਂ ਨੂੰ ਪੜ੍ਹਨਾ ਹੈ, ਮੇਰੇ ਵਿੱਚ ਕੀ ਲਿਖੇ ਹੋਏ ਨੇ। ਆਮ ਤੌਰ 'ਤੇ ਆਦਮੀ ਇਸ ਸੰਬੰਧ ਦੇ ਵਿੱਚ ਬੜੇ ਦੁਬਿਧਾ ਦੇ ਵਿੱਚ ਪਿਆ ਹੋਇਆ, ਪਤਾ ਨਹੀਂ ਮੇਰੀ ਕਿਸਮਤ ਕਿਵੇਂ ਦੀ ਹੈ। ਜੋਤਸ਼ੀਆਂ ਨੂੰ ਦਿਖਾਉਂਦਾ ਫਿਰਦਾ ਹੈ, ਕਈ ਚੱਕਰਾਂ ਵਿੱਚ ਪਿਆ ਫਿਰਦਾ ਹੈ, ਆਉਣ ਵਾਲੇ ਸਮੇਂ ਵਿੱਚ ਕੀ ਹੋਣਾ ਹੈ, ਕਿਵੇਂ ਚੱਲੇਗਾ। ਕਈ ਤਰ੍ਹਾਂ ਦੇ ਜੀਵਨ ਦੇ ਵਿੱਚ ਉਪਰਾਲੇ ਕਰਦਾ ਵੀ ਪਤਾ ਨਹੀਂ ਕਿਸਮਤ ਕਿਵੇਂ ਦੀ ਹੈ। ਇਸ ਕਰਕੇ ਗੁਰੂ ਸਾਹਿਬ ਨੇ ਇੱਕ ਇਸ ਤਰ੍ਹਾਂ ਦਾ ਮਨੁੱਖ ਬਣਾਉਣ ਦਾ ਯਤਨ ਕੀਤਾ ਹੈ ਜਿਹੜਾ ਕਿਸਮਤ ਨਾਲੋਂ ਰੱਬ ਤੇ ਜ਼ਿਆਦਾ ਵਿਸ਼ਵਾਸ ਕਰਦਾ ਹੈ, ਜਿਹਨੂੰ ਖਾਲਸਾ ਕਿਹਾ ਹੈ। ਉਹਨੂੰ ਨਗਾਂ ਤੇ ਇੰਨਾ ਵਿਸ਼ਵਾਸ ਨਹੀਂ ਕਿ ਮੇਰੇ ਹੱਥ ਵਿੱਚ ਪਾਈ ਹੋਈ ਮੁੰਦਰੀ ਵਿੱਚ ਜਿਹੜਾ ਨਗ ਪਿਆ ਹੈ ਉਹ ਕਿੰਨੇ ਸੌ ਦਾ ਮਿਲਿਆ ਸੀ, ਕਿੰਨੇ ਹਜ਼ਾਰ ਦਾ ਮਿਲਿਆ, ਉਹਦੇ ਨਾਲ ਕਿਸਮਤ ਠੀਕ ਹੋ ਜਾਏਗੀ। ਉਹ ਕਿਸੇ ਧਾਗੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਜ਼ਿਆਦਾ ਵਿਸ਼ਵਾਸ ਕਰ ਲੈਂਦਾ। ਸਿੱਖ ਹੈ ਗੁਰੂ ਗ੍ਰੰਥ ਸਾਹਿਬ ਦਾ ਵੈਸੇ, ਪਰ ਕਿਤੇ ਕੱਚਾਪਣ ਤੇ ਜ਼ਰੂਰ ਹੈ ਨਾ, ਕਿਤੇ ਗੁਰੂ ਤੇ ਬੇਵਿਸ਼ਵਾਸੀ ਤੇ ਜ਼ਰੂਰ ਹੈ। ਜਿਹੜਾ ਬੰਦਾ ਇਹ ਕਹਿਦਾ ਹੈ ਵੀ ਮੇਰੇ ਗੁਰੂ ਕੋਲ ਜ਼ਿੰਦਗੀ ਦੇ ਸਾਰੇ ਸਮੱਸਿਆਵਾਂ ਦਾ ਹੱਲ ਕੋਈ ਨਹੀਂ, ਉਹਨੂੰ ਬਾਹਰ ਜਾਣਾ ਪਏਗਾ, ਤੇ ਉਹਦਾ ਮਤਲਬ ਸਾਫ਼ ਹੈ ਉਹਨੂੰ ਗੁਰੂ ਤੇ ਵਿਸ਼ਵਾਸ ਨਹੀਂ ਹੈ। ਤਾਂ ਜਿਹੜਾ ਅਕਾਲ ਦੇ ਨਾਲ ਜੁੜਿਆ ਹੋਇਆ, ਸ਼ਬਦ ਨਾਲ ਤੇ ਸਾਧ ਸੰਗਤ ਦੇ ਸਹਾਰੇ ਨਾਲ ਤੁਰਨ ਵਾਲਾ ਵਿਅਕਤੀ ਹੈ, ਉਹਨੂੰ ਹੱਥਾਂ ਵਿੱਚ ਪਾਈਆਂ ਹੋਈਆਂ ਮੁੰਦਰੀਆਂ ਦੇ ਨਗਾਂ ਤੇ ਨਹੀਂ ਵਿਸ਼ਵਾਸ, ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਹੈ। ਉਹ ਵੱਡਾ ਹੈ ਸ਼ਬਦ। ਨਗਾਂ ਨੇ ਸੰਸਾਰ ਥੋੜ੍ਹੀ ਬਣਾਇਆ ਸੀ, ਸ਼ਬਦ ਵਿੱਚੋਂ ਸੰਸਾਰ ਬਣਿਆ। ਜੋਤਸ਼ੀਆਂ ਨੇ ਧਰਤੀ ਥੋੜ੍ਹੀ ਬਣਾਈ ਹੈ, ਰੱਬ ਨੇ ਬਣਾਈ ਹੈ, ਸ਼ਬਦ ਨੇ ਬਣਾਈ ਹੈ। ਤਾਂ ਉਹ ਇੱਕ ਵਿਦਿਆ ਹੋ ਸਕਦੀ, ਸਾਨੂੰ ਉਹਦੇ ਨਾਲ ਝਗੜਨ ਦੀ ਜਾਂ ਵਿਵਾਦ ਕਰਨ ਦੀ ਜ਼ਰੂਰਤ ਨਹੀਂ। ਕਿਸੇ ਬੰਦੇ ਦੀ ਖੋਜ ਹੈ, ਕਿਸੇ ਬੰਦੇ ਦੀ ਵਿਦਿਆ ਹੈ, ਉਹ ਆਪਣੀ ਵਿਦਿਆ ਨੂੰ ਰੱਖੇ। ਪਰ ਸਾਨੂੰ ਇੰਨੀ ਵੱਡੀ ਵਿਦਿਆ ਦਿੱਤੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਨੇ, 10 ਪਾਤਸ਼ਾਹੀਆਂ ਨੇ, ਭਗਤਾਂ ਨੇ ਇੰਨੀ ਵੱਡੀ ਵਿਦਿਆ ਦੇ ਦਿੱਤੀ। ਉਸ ਵਿਦਿਆ ਨੂੰ ਮੱਥਾ ਟੇਕੀ ਜਾ ਰਹੇ ਹਾਂ, ਉਸ ਵਿਦਿਆ ਦੇ ਉੱਤੇ ਵਿਸ਼ਵਾਸ ਕੋਈ ਨਹੀਂ ਹੈ, ਉਸ ਸ਼ਬਦ ਤੇ ਵਿਸ਼ਵਾਸ ਨਹੀਂ। ਅਖੰਡ ਪਾਠ ਵੀ ਕਰਾਇਆ ਤੇ ਦੂਸਰੇ ਪਾਸੇ ਹਰ ਇੱਕ ਵਰਤ ਵੀ ਰੱਖਿਆ, ਹਰ ਇੱਕ ਵਾਰ ਦਾ ਵੀ ਹਿਸਾਬ ਰੱਖਿਆ, ਹਰ ਇੱਕ ਚੀਜ਼ ਵੱਲ ਧਿਆਨ ਚਲਾ ਗਿਆ। ਸਮਝ ਲੈਣਾ ਅੰਦਰੋਂ ਜੀਵਨ ਹੱਲ ਗਿਆ ਹੈ, ਅੰਦਰ ਬੇਵਿਸ਼ਵਾਸੀ ਪੈਦਾ ਹੋ ਗਈ ਹੈ। ਤਾਂ ਸਤਿਗੁਰੂ ਨੇ ਬਚਨ ਕੀਤੇ ਵੀ ਅੰਦਰ ਦੇ ਲੇਖ ਬੰਦਾ ਨਹੀਂ ਪੜ੍ਹਦਾ, ਸਿਰ ਕੇ ਲੇਖ ਨਾ ਪੜ੍ਹੈ ਇਆਣਾ। ਉਹ ਕਿਵੇਂ ਪੜ੍ਹੇ ਜਾਣ ਤੇ ਕਿਵੇਂ ਨਵੇਂ ਲਿਖੇ ਜਾਣ। ਗੁਰੂ ਨਾਨਕ ਸਾਹਿਬ ਨੇ ਇੱਕ ਤਰੀਕਾ ਦੱਸਿਆ, ਕਹਿਣ ਲੱਗੇ ਆਪਣੀ ਜ਼ਿੰਦਗੀ ਦੇ ਅੰਦਰ ਤੂੰ ਪਹਿਲਾਂ ਸ਼ਾਹੀ ਖਰੀਦ, ਫਿਰ ਤੂੰ ਕਲਮ ਖਰੀਦ, ਫਿਰ ਕਾਗਜ਼ ਲੈ ਕੇ ਆ। ਇਹ ਸਾਰੀਆਂ ਚੀਜ਼ਾਂ ਲੈ ਕੇ ਆ ਤੂੰ, ਤੇ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਫਿਰ ਕਲਮ, ਕਾਗਜ਼, ਸਿਆਹੀ ਲੈ ਕੇ ਤੇ ਉਹਦੇ ਤੋਂ ਬਾਅਦ ਲਿਖਾਰੀ ਵੀ ਲਿਆ, ਲਿਖਣ ਵਾਲਾ। ਆਪ ਨਾ ਲਿਖੀ, ਗੁਰੂ ਕੋਲੋਂ ਜਾ ਕੇ ਪੁੱਛ ਵੀ ਕੀ ਲਿਖਣਾ ਹੈ। ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਦੇ। ਪਹਿਲਾ ਬਚਨ ਕਿਹਾ ਜਾਲ ਮੋਹ, ਸ੍ਰੀ ਰਾਗ ਦਾ ਸ਼ਬਦ ਹੈ। ਮੋਹ ਨੂੰ, ਜਾਲ ਦਾ ਅਰਥ ਹੈ ਸਾੜ ਦੇ ਮੋਹ ਨੂੰ। ਇੱਥੇ ਮੋਹ ਦੇ ਅਰਥ ਇਹ ਮੋਹ ਨਹੀਂ ਜਿਵੇਂ ਇੱਕ ਮਾਂ ਦਾ ਬੱਚੇ ਨਾਲ ਮੋਹ ਹੈ, ਉਹ ਮੋਹ ਨਹੀਂ ਇੱਥੇ। ਕਿਉਂਕਿ ਅਸੀਂ ਇਹ ਤੇ ਇੱਕਦਮ ਛੱਡ ਦਿਆਂਗੇ, ਘੂਰ ਕੇ ਵੇਖ ਦਿਆਂਗੇ ਕਿਸੇ ਨੂੰ, ਤੇਰੇ ਨਾਲ ਸਾਨੂੰ ਮੋਹ ਨਹੀਂ। ਉਹ ਅਸਲ ਵਿੱਚ ਮੋਹ ਨਹੀਂ ਛੁੱਟਦਾ, ਉਹ ਨਫ਼ਰਤ ਹੁੰਦੀ ਹੈ। ਮੋਹ ਦੇ ਅਰਥ ਨੇ ਕਿ ਸੰਸਾਰ ਦੀ ਕਿਸੇ ਵੀ ਚੀਜ਼ ਦੀ ਪਕੜ, ਉਹਨੂੰ ਕਹਿੰਦੇ ਮੋਹ। ਮੋਹ ਦਾ ਵਿਆਪਕ ਰੂਪ ਕੀ ਹੈ? ਬੱਚੇ ਦਾ ਮੋਹ ਹੋਣਾ, ਪਤੀ ਪਤਨੀ ਦਾ ਮੋਹ ਹੈ, ਭੈਣ ਭਰਾ ਦਾ ਹੈ, ਮਾਂ ਪੁੱਤਰ ਦਾ ਮੋਹ ਹੈ। ਇਹ ਮੋਹ ਤੇ ਇੱਕ ਮੋਹ ਦਾ ਹਿੱਸਾ ਹੈ ਛੋਟਾ ਜਿਹਾ 5-7%, ਬਾਕੀ ਮੋਹ 95% ਤੇ ਬਚਿਆ ਹੋਇਆ, ਉਹ ਤੇ ਉੱਥੇ ਹੀ ਖੜਾ ਹੈ, ਉਹ ਨਹੀਂ ਛੁੱਟਿਆ। ਤੇ ਕਬੀਰ ਜੀ ਨੇ ਬਚਨ ਕਹਿ ਦਿੱਤੇ। ਕੋਈ ਸਾਧੂ ਮਿਲਿਆ ਸੀ, ਹੁਣ ਕਬੀਰ ਜੀ ਦਾ ਤੇ ਪਰਿਵਾਰ ਵੀ ਹੈ ਸੀ, ਲੜਕਾ ਲੜਕੀ ਸੀ, ਉਹਨਾਂ ਦੇ ਘਰ ਵਾਲੀ ਸੀ, ਮਾਂ ਸੀ, ਸਾਰਾ ਪਰਿਵਾਰ। ਤਾਂ ਜਦੋਂ ਕਬੀਰ ਜੀ ਦੀ ਮਹਿਮਾ ਫੈਲ ਗਈ ਤਾਂ ਇੱਕ ਸੰਨਿਆਸੀ
ਉੱਥੇ ਮਿਲਣ ਵਾਸਤੇ ਆਇਆ। ਕਹਿਣ ਲੱਗੇ ਤੁਸੀਂ ਤਾਂ ਇੰਨੇ ਲੋਕਾਂ ਵਿੱਚ ਫਸੇ ਹੋ, ਇੰਨੇ ਲੋਕਾਂ ਦੇ ਵਿੱਚ ਤੁਸੀਂ ਆ ਪਰਿਵਾਰ ਪਾਲ ਰਹੇ ਹੋ, ਤੁਸੀਂ ਕਿਵੇਂ ਧਾਰਮਿਕ ਹੋ ਸਕਦੇ ਹੋ? ਕਬੀਰ ਜੀ ਨੇ ਬਚਨ ਕੀਤਾ, ਕਹਿਣ ਲੱਗੇ ਭਾਈ ਤੂੰ ਛੱਡ ਦਿੱਤਾ ਪਰਿਵਾਰ, ਪਰਿਵਾਰ ਛੱਡਿਆ ਕਿ ਨਹੀਂ? ਅਜੇ ਅੰਦਰੋਂ ਝਾਤੀ ਮਾਰ ਕੇ ਵੇਖ, ਇੱਕ ਹਿੱਸਾ ਛੱਡ ਦਿੱਤਾ 5%। ਇਹ ਠੀਕ ਹੈ, ਪਰਿਵਾਰ ਹੈ ਤਾਂ ਮੋਹ ਹੀ, ਕੋਈ ਸ਼ੱਕ ਨਹੀਂ। ਗੁਰੂ ਸਾਹਿਬ ਨੇ ਬਚਨ ਕੀਤੇ ਨੇ ਬਾਣੀ ਵਿੱਚ ਕਿ ਘਰ ਘੁੰਮਣ ਵਾਣੀ ਭਾਈ, ਪਾਪ ਪੱਥਰ ਤਰਨ ਨਾ ਜਾਈ। ਜਿਹੜਾ ਘਰ ਹੈ ਨਾ, ਸਚਾਈ ਹੈ ਇਹ, ਬਿਲਕੁਲ ਕੋਈ ਸ਼ੱਕ ਨਹੀਂ। ਜਿਹੜਾ ਗ੍ਰਸਤ ਹੈ, ਜਿਹੜਾ ਘਰ ਹੈ, ਜਿਹੜੇ ਬਾਲ ਬੱਚਿਆਂ ਦਾ ਸਿਸਟਮ ਹੈ, ਘਰ ਘੁੰਮਣ ਵਾਣੀ ਭਾਈ ਦਾ ਮਤਲਬ ਹੈ ਇਹ ਬੰਦਾ ਕੋਹਲੂ ਦੇ ਬੈਲ ਵਾਂਗੂ ਘੁੰਮੀ ਜਾਂਦਾ ਸਾਰੀ ਉਮਰ, ਨਿਬੜਦਾ ਨਹੀਂ ਕੰਮ। ਇਹ ਮਤ ਸੋਚਣਾ ਵੀ ਘਰ ਦਾ ਕੰਮ ਨਿਬੇੜ ਕੇ ਕੋਈ ਬੰਦਾ ਧਰਮ ਕਮਾਏਗਾ, ਨਹੀਂ ਨਿਬੜਦਾ, ਕਿਸੇ ਤੋਂ ਅੱਜ ਤੱਕ ਨਿਬੜਿਆ ਹੈ ਹੀ ਨਹੀਂ। ਘਰ ਘੁੰਮਣ ਵਾਣੀ ਭਾਈ, ਇੱਥੇ ਬੰਦਾ ਘੁੰਮਦਾ ਰਹਿੰਦਾ, ਘੁੰਮਦਾ ਹੀ ਰਹਿੰਦਾ, ਇੱਥੇ ਨਿਬੜਦਾ ਕੁਝ ਨਹੀਂ। ਇਸ ਕਰਕੇ ਇਹ ਗੱਲ ਤਾਂ ਠੀਕ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਗ੍ਰਸਤ ਦਿੱਤਾ, ਘਰ ਪਰਿਵਾਰ ਦਿੱਤੇ ਵੀ ਇਹਦੇ ਵਿੱਚ ਰਹਿ, ਪਰ ਇਹ ਖਿਆਲ ਰੱਖਣਾ ਉਹਦੇ ਵਿੱਚ ਰਹਿਣ ਦੀ ਜਾਂਚ ਵੀ ਦੱਸੀ। ਇਹ ਤੁਕ ਤੇ ਬੜੀ ਪ੍ਰਚਲਿਤ ਹੈ, ਮੇਰੇ ਖਿਆਲ ਵਿੱਚ ਸਾਰੇ ਸਿੱਖਾਂ ਨੂੰ ਯਾਦ ਹੋ ਗਈ ਕਿ ਪ੍ਰਵਾਨ ਗ੍ਰਸਤ ਉਦਾਸ, ਹਸੰਦਿਆਂ ਖਿਲੰਦਿਆਂ ਪੈਨੰਦਿਆਂ ਖੁਵੰਦਿਆਂ ਵਿੱਚੇ ਹੋਵੇ ਮੁਕਤ। ਇਹ ਤਾਂ ਹੋ ਗਈ ਯਾਦ, ਪਰ ਆਹ ਤੁਕ ਮੈਂ ਕਦੇ ਨਹੀਂ ਸੁਣੀ ਵੀ ਘਰ ਘੁੰਮਣ ਵਾਣੀ ਭਾਈ। ਇਹ ਤਾਂ ਕੋਹਲੂ ਦੇ ਬੈਲ ਵਾਲੀ ਦਸ਼ਾ ਹੈ, ਇੱਥੇ ਨਿਬੜਿਆ ਨਹੀਂ ਕਦੀ ਕਿਸੇ ਤੋਂ ਕੁਝ। ਇਹਨੂੰ ਛੱਡ ਕੇ ਕੁਝ ਕਮਾ, ਘਰ ਦੇ ਵਿੱਚ ਰਹਿ ਕੇ ਇਹ ਨਾ ਤੂੰ ਵਿਚਾਰਧਾਰਾ ਬਣਾਈ ਵੀ ਮੈਂ ਸਾਰਾ ਕੁਝ ਸਮੇਟ ਕੇ ਫਿਰ ਮੈਂ ਗੁਰੂ ਦੀ ਗੱਲ ਸੁਣਾਂਗਾ, ਫਿਰ ਨਹੀਂ ਇਹ ਮੁੱਕੇਗਾ, ਨਹੀਂ ਖਤਮ ਹੋਵੇਗਾ, ਇਹਦਾ ਖਾਤਮਾ ਨਹੀਂ ਹੋ ਸਕਦਾ ਕਦੀ। ਇਹਨੂੰ ਤਾਂ ਕੁਝ ਹੱਦ ਤੱਕ ਕਰਨਾ ਚਾਹੀਦਾ ਹੈ, ਕੁਝ ਹੱਦ ਤੱਕ ਸੀਮਾ ਮਿਥ ਲੈਣੀ ਚਾਹੀਦੀ ਵੀ ਮੈਂ ਇੱਥੋਂ ਤੱਕ ਪਰਿਵਾਰ ਵਾਸਤੇ ਕੰਮ ਕਰਨਾ ਹੈ, ਉਦੋਂ ਬਾਅਦ ਮੈਂ ਆਪਣਾ ਕੰਮ ਜੀਵਨ ਵਾਸਤੇ ਗੁਰੂ ਵਾਸਤੇ ਕਰਨਾ। ਪਰ ਇਹ ਛੱਡ ਕੇ ਕਹਿ ਦੇਣਾ ਵੀ ਸਾਰਾ ਕੁਝ ਛੁੱਟ ਗਿਆ, ਨਹੀਂ। ਕਬੀਰ ਜੀ ਨੇ ਬਚਨ ਕੀਤਾ, ਕਹਿਣ ਲੱਗੇ ਸਿੱਖ ਸਾਖਾ ਬਹੁਤੇ ਕੀਏ, ਕੇਸ਼ੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਣ ਕੋ, ਬੀਚੈ ਅਟਕਿਓ ਚੀਤ। ਤੁਰੇ ਸੀ ਰੱਬ ਨੂੰ ਮਿਲਣ ਵਾਸਤੇ, ਰਸਤੇ ਵਿੱਚ ਕਿਤੇ ਬੈਠ ਗਏ, ਕਿਸੇ ਰਾਹ ਵਿੱਚ ਚੱਕਰ ਵਿੱਚ ਫਸ ਗਏ। ਇੱਕ ਵਾਸ਼ਨਾ ਛੱਡੀ ਸੀ ਜਿਹੜੀ ਦਿਸਣ ਵਾਲੀ ਸੀ, ਅਣਦਿਸਦੀਆਂ ਵਾਸ਼ਨਾ ਨੇ ਘੇਰ ਲਿਆ ਜੀਵਨ। ਇੱਕ ਚੀਜ਼ ਛੱਡੀ ਸੀ, ਹਜ਼ਾਰਾਂ ਚੀਜ਼ਾਂ ਨੇ ਘੇਰ ਲਿਆ, ਵਾਸ਼ਨਾਵਾਂ ਵੱਧ ਗਈਆਂ। ਇਸ ਲਈ ਘਰ ਛੱਡ ਕੇ ਘਰ ਛੁੱਟ ਜਾਏ, ਉਸ ਬੰਦੇ ਨੂੰ ਨਮਸਕਾਰ ਹੈ। ਬੰਦਾ ਘਰ ਛੱਡੇ ਤੇ ਛੁੱਟ ਜਾਏ ਘਰ ਉਹਦੇ ਤੋਂ, ਉਹਦੇ ਧਿਆਨ ਵਿੱਚੋਂ ਹੀ ਨਿਕਲ ਜਾਏ, ਉਹਦੇ ਜੀਵਨ ਵਿੱਚੋਂ ਸੰਸਾਰ ਨਸ਼ਟ ਹੋ ਜਾਏ, ਉਹਦੇ ਬੀਜ ਜਿਹੜੇ ਨੇ ਖਤਮ ਹੋ ਜਾਣ, ਤਾਂ ਬੜੀ ਚੰਗੀ ਗੱਲ ਹੈ। ਇਸ ਤਰ੍ਹਾਂ ਦਾ ਤੇ ਵਿਅਕਤੀ ਲੱਭਦਾ ਹੀ ਕੋਈ ਨਹੀਂ ਇਸ ਧਰਤੀ ਤੇ, ਬੜੀ ਮੁਸ਼ਕਲ ਨਾਲ ਕੋਈ ਮਿਲਦਾ ਹੈ, ਨਹੀਂ ਤੇ ਸਭ ਇਹ ਤਾਂ ਵੇਸ਼ ਹੈ ਨਾ। ਕੋਈ ਵੀ ਕਰ ਸਕਦਾ, ਕੱਪੜੇ ਖਰੀਦੇ ਜਾ ਸਕਦੇ ਸੰਸਾਰ ਵਿੱਚੋਂ, ਧਰਮ ਨਹੀਂ ਖਰੀਦਿਆ ਜਾ ਸਕਦਾ। ਤਾਂ ਸਤਿਗੁਰੂ ਨੇ ਬਚਨ ਕੀਤੇ, ਮੋਹ ਨੂੰ ਸਾੜਨ ਦੇ ਅਰਥ ਨੇ ਸੰਸਾਰ ਦੀ 1 ਤੋਂ ਲੈ ਕੇ 100 ਤੱਕ ਜਿੰਨੀਆਂ ਵੀ ਵਸਤੂਆਂ ਨੇ, ਉਹਦੇ ਵਿੱਚ ਘਰ ਵੀ ਆਉਂਦਾ, ਪਰਿਵਾਰ ਵੀ ਆਉਂਦਾ, ਧਨ ਵੀ ਆਉਂਦਾ, ਮਕਾਨ ਵੀ ਹੈ, ਅਹੁਦਾ ਵੀ ਹੈ, ਸਰਕਾਰੀ ਅਹੁਦਾ ਵੀ ਹੋ ਸਕਦਾ, ਧਾਰਮਿਕ ਅਹੁਦਾ ਵੀ ਹੋ ਸਕਦਾ, ਹੋਰ ਕਈ ਤਰ੍ਹਾਂ ਦੇ ਰਸ ਨੇ। ਜਦੋਂ ਬੰਦਾ ਇਹਨਾਂ ਸਾਰੀਆਂ ਮਨ ਦੀਆਂ ਭਾਵਨਾਵਾਂ ਨੂੰ ਗੁਰੂ ਕੇ ਸ਼ਬਦ ਦੀ ਅਗਨੀ ਵਿੱਚ ਪਾ ਦਿੰਦਾ ਹੈ ਨਾ, ਸਾੜ ਦਿੰਦਾ ਹੈ, ਤਾਂ ਉਹਦੀ ਇੱਕ ਛੋਟੀ ਜਿਹੀ ਸਵਾਈ ਸ਼ਾਹੀ ਬਣ ਜਾਂਦੀ ਹੈ। ਉਹਨੂੰ ਸ਼ਾਹੀ ਬਣਾਉਣਾ ਹੈ, ਉਹ ਸ਼ਾਹੀ ਬਣੇਗੀ ਤਾਂ ਗੱਲ ਬਣੇਗੀ। ਜਾਲ ਮੋਹ ਪਕੜ ਨੂੰ ਛੱਡ ਦੇ, ਘਸ ਮਸ ਕਰ, ਉਹਨੂੰ ਘਸਾ ਕੇ ਉਹਦੀ ਮਸ ਦੇ ਅਰਥ ਨੇ ਸ਼ਾਹੀ ਬਣਾ। ਜਾਲ ਮੋਹ ਘਸ ਮਸ ਕਰ ਮਤ ਕਾਗਦ, ਆਪਣੀ ਮਤ ਨੂੰ ਕਾਗਜ਼ ਬਣਾ ਜਿਹਦੇ ਉੱਤੇ ਲਿਖਣਾ ਹੈ। ਮਤ ਕਾਗਦ ਕਰ ਸਾਰ ਭਾਉ ਕਲਮ,
ਭਾਉ ਦੀ ਕਲਮ ਬਣਾ, ਪ੍ਰੇਮ ਦੀ ਕਲਮ ਬਣਾ। ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ। ਭਾਉ ਕਲਮ ਕਰ ਚਿੱਤ ਲਿਖਾਰੀ, ਆਪਣੇ ਚੇਤੇ ਨੂੰ ਲਿਖਾਰੀ ਬਣਾ, ਤੇ ਉਹਦੇ ਤੋਂ ਬਾਅਦ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਜਿੰਨੀਆਂ ਵੀ ਵਸਤੂਆਂ ਨੇ ਇਹ ਇਕੱਠੀਆਂ ਕਰਨ ਤੋਂ ਬਾਅਦ ਗੁਰੂ ਕੋਲ ਚਲਾ ਜਾ। ਗੁਰ ਪੁੱਛ ਲਿਖ ਵਿਚਾਰ, ਬਾਬਾ ਇਹ ਲੇਖਾ ਲਿਖ ਜਾਣ। ਲਿਖਣਾ ਕੀ ਹੈ? ਲਿਖ ਨਾਮ ਸਾਲਾਹਾ ਲਿਖ, ਲਿਖ ਅੰਤ ਨਾ ਪਾਰਾਵਾਰ। ਇਹ ਚੀਜ਼ਾਂ ਜਿਹੜੀਆਂ ਜਦੋਂ ਬੰਦਾ ਲਿਖੇਗਾ ਤੇ ਉਹਨੂੰ ਅੰਦਰਲੇ ਲੇਖਾਂ ਦੀ ਪਹਿਚਾਣ ਆਉਣੀ ਸ਼ੁਰੂ ਹੋ ਜਾਏਗੀ। ਰੱਬ ਦਾ ਹੁਕਮ ਕੀ ਹੈ ਸਾਡੇ ਵਾਸਤੇ, ਅੰਦਰਲੇ ਲੇਖਾਂ ਤੱਕ ਚਲਾ ਜਾਏਗਾ। ਇਸ ਕਰਕੇ ਹਜ਼ੂਰ ਨੇ ਅੱਜ ਬਚਨ ਕੀਤੇ ਕਿ ਜੀਵਨ ਲਿਖਿਆ ਹੋਇਆ ਅਕਾਲ ਪੁਰਖ ਵੱਲੋਂ, ਜੀਵਨ ਦੇ ਵਿੱਚ ਲਿਖ ਦਿੱਤਾ ਗਿਆ ਹੈ। ਉਹਨੇ ਬਣਾ ਦਿੱਤਾ ਹੈ ਕਿ ਇਸ ਤਰ੍ਹਾਂ ਤੂੰ ਚੱਲਣਾ ਹੈ। ਸਭ ਤੋਂ ਪਹਿਲਾ ਕੰਮ ਹੈ ਆਦਮੀ ਦਾ ਕਿ ਉਸ ਲਿਖੇ ਹੋਏ ਲੇਖ ਨੂੰ ਪਹਿਲਾਂ ਜਾਣ ਲਵੇ, ਮੈਨੂੰ ਰੱਬ ਚਲਾਉਣਾ ਕਿਵੇਂ ਚਾਹੁੰਦਾ ਹੈ। ਸਭ ਤੋਂ ਪਹਿਲਾਂ ਇਹੀ ਕੰਮ, ਖੋਜ ਹੀ ਇਹ ਵੀ ਸਾਰੇ ਧਰਮ ਦੀ, ਉਹਨਾਂ ਚੀਜ਼ਾਂ ਨੂੰ, ਉਸ ਭਾਣੇ ਨੂੰ, ਉਸ ਹੁਕਮ ਨੂੰ, ਉਸ ਰੱਬ ਦੀ ਮਰਜ਼ੀ ਨੂੰ ਲੱਭਣਾ ਕਿ ਮੈਨੂੰ ਪਰਮਾਤਮਾ ਕਿਵੇਂ ਚਲਾਉਣਾ ਚਾਹੁੰਦਾ ਹੈ। ਕਿਤੇ ਮੈਂ ਉਹਦੇ ਤੋਂ ਉਲਟ ਤੇ ਨਹੀਂ ਜਾ ਰਿਹਾ, ਉਹ ਮੈਨੂੰ ਇੱਧਰ ਲਿਜਾਉਣਾ ਚਾਹੁੰਦਾ, ਮੈਂ ਦੂਸਰੇ ਪਾਸੇ ਖਿੱਚੀ ਜਾ ਰਿਹਾ। ਤਾਂ ਉਹਨੂੰ ਲੱਭਣ ਵਾਸਤੇ ਗੁਰੂ ਸਾਹਿਬ ਨੇ ਕਿਹਾ ਤੂੰ ਗੁਰੂ ਦਾ ਹੁਕਮ ਬਾਹਰੋਂ ਮੰਨ, ਬਾਹਰੋਂ ਗੁਰੂ ਕੇ ਹੁਕਮ ਨੂੰ ਜੀਵਨ ਤੇ ਲਾਗੂ ਕਰ ਦੇ, ਗੁਰੂ ਕੇ ਸ਼ਬਦ ਦੀ ਕਮਾਈ ਕਰ, ਸੇਵਾ ਕਰ। ਜਦੋਂ ਤੂੰ ਇਹ ਸਭ ਕੁਝ ਕਰੇਂਗਾ ਤੇ ਤੈਨੂੰ ਇਹ ਪਤਾ ਲੱਗ ਜਾਏਗਾ ਵੀ ਰੱਬ ਮੇਰੇ ਤੋਂ ਕਰਾਉਣਾ ਕੀ ਚਾਹੁੰਦਾ ਹੈ। ਫਿਰ ਉਹਦੇ ਨਾਲ ਜਦੋਂ ਬੰਦਾ ਮਿਲ ਕੇ ਚੱਲੇਗਾ, ਜ਼ਿੰਦਗੀ ਜਿਉਣ ਦਾ ਜੀਵਨ ਵਿੱਚ ਸਵਾਦ ਆ ਜਾਏਗਾ, ਜ਼ਿੰਦਗੀ ਸਫਲ ਹੋ ਜਾਏਗੀ, ਜੀਵਨ ਦਾ ਰਸ ਤੇ ਆਨੰਦ ਮਿਲ ਜਾਏਗਾ। ਇਸ ਕਰਕੇ ਗੁਰੂ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਤੇਰਾ ਜੀਵਨ ਰੱਬ ਨੇ ਲਿਖਿਆ ਹੈ, ਉਹਦੇ ਨਾਲ ਮਿਲ ਕੇ ਤੁਰ, ਆਪ ਨਾ ਖਿੱਚ ਇੱਕ ਪਾਸੇ, ਉਹਦੇ ਨਾਲ ਮਿਲਣ ਦੀ ਜਾਚ ਸਿੱਖ ਲੈ। ਤੇ ਜਿੰਨਾ ਚਿਰ ਅਸੀਂ ਉਹਨੂੰ ਪਹਿਚਾਣਦੇ ਹੀ ਨਹੀਂ, ਉਹ ਪਹਿਚਾਨਿਆ ਜਾਏਗਾ ਨਾਮ ਦੁਆਰਾ। ਫਿਰ ਉਹਨਾਂ ਲੇਖਾਂ ਦੇ ਨਾਲ ਮਿਲ ਕੇ ਜਾਂ ਉਹਨਾਂ ਵਿੱਚ ਕੱਟ ਵੱਢ ਵੀ ਕੀਤੀ ਜਾ ਸਕਦੀ, ਉਹਨਾਂ ਨੂੰ ਬਦਲਿਆ ਵੀ ਜਾ ਸਕਦਾ। ਲੇਖ ਬਦਲੇ ਜਾ ਸਕਦੇ ਨੇ, ਵੱਧ ਵੀ ਜਾਂਦੇ ਨੇ, ਘਟ ਵੀ ਜਾਂਦੇ ਨੇ। ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਤੇ ਇਹ ਸਵਾਲ ਕੀਤਾ ਕਿ ਸਤਿਗੁਰੂ ਕਿਸਮਤ ਬਦਲੀ ਜਾ ਸਕਦੀ ਬੰਦੇ ਦੀ? ਜੇ ਗਲਤ ਹੈ ਤਾਂ ਠੀਕ ਹੋ ਸਕਦੀ ਹੈ, ਜੇ ਠੀਕ ਹੈ ਤਾਂ ਗਲਤ ਹੋ ਸਕਦੀ ਹੈ। ਸਤਿਗੁਰੂ ਨੇ ਬਚਨ ਕੀਤਾ, ਹਾਂ ਬਦਲੀ ਜਾ ਸਕਦੀ ਹੈ। ਕੀ ਇਹ ਲੇਖ ਤਬਦੀਲ ਹੋ ਸਕਦੇ ਨੇ? ਕਹਿਣ ਲੱਗੇ ਜ਼ਰੂਰ ਹੋ ਸਕਦੇ ਨੇ, ਪਰ ਕਰਨ ਦਾ ਤਰੀਕਾ ਹੋਣਾ ਚਾਹੀਦਾ ਹੈ। ਜੇ ਬਿਲਕੁਲ ਉਸੇ ਤਰ੍ਹਾਂ ਕੀਤਾ ਜਾਏ ਤਾਂ ਉਹਨਾਂ ਦੇ ਜੀਵਨ ਵਿੱਚ ਇੱਕ ਇਹ ਬੜੀ ਸੁੰਦਰ ਘਟਨਾ ਆਉਂਦੀ ਹੈ ਕਿ ਸਤਿਗੁਰਾਂ ਦੇ ਕੋਲ ਦੋ ਵਿਅਕਤੀ ਆਏ, ਇੱਕ ਸਵਾਲ ਲੈ ਕੇ। ਬੜੀ ਵੱਡੀ ਸਮੱਸਿਆ ਸੀ ਜਿਹੜੀ, ਇੱਕ ਲੰਗੜਾ ਕੇ ਤੁਰ ਰਿਹਾ ਸੀ ਤੇ ਇੱਕ ਠੀਕ ਠਾਕ ਸੀ, ਚੜ੍ਹਦੀ ਕਲਾ ਵਿੱਚ। ਦੋਵੇਂ ਆਏ, ਬੈਠ ਗਏ। ਸਤਿਗੁਰਾਂ ਨੇ ਪੁੱਛਿਆ ਕਿਵੇਂ ਆਏ ਹੋ, ਕੀ ਗੱਲ ਹੈ? ਉਹ ਜਿਹੜਾ ਪੈਰ ਦਬਾ ਕੇ ਆਉਂਦਾ ਸੀ, ਜਿਹਦੇ ਪੈਰ ਵਿੱਚ ਕੰਡਾ ਸੀ, ਉਹਨੇ ਬੇਨਤੀ ਕੀਤੀ, ਸਤਿਗੁਰੂ ਮੇਰੇ ਮਨ ਵਿੱਚ ਇੱਕ ਸ਼ੰਕਾ ਜਾਗ ਪਿਆ ਕਿ ਮੈਂ ਹਰ ਰੋਜ਼ ਸਤਸੰਗ ਕਰਨ ਜਾਂਦਾ ਸੀ, ਜਿੱਥੇ ਨਾਮ ਦੀ ਗੱਲ ਹੁੰਦੀ ਸੀ, ਰੱਬ ਦੀ ਗੱਲ ਚੱਲਦੀ ਸੀ, ਜਿੱਥੇ ਪਾਪਾਂ ਨੂੰ ਛੱਡਣ ਦੀ ਗੱਲ ਕੀਤੀ ਜਾ ਰਹੀ ਸੀ। ਇਹ ਸੱਜਣ ਜਿਹੜਾ ਮੇਰੇ ਰਾਹ ਵਿੱਚ ਇਹਦਾ ਘਰ ਪੈਂਦਾ, ਮੈਂ ਇੱਕ ਦਿਨ ਇਹਨੂੰ ਵੀ ਨਾਲ ਕਹਿ ਕੁਹਾ ਕੇ ਨਾਲ ਤੁਰ ਲਿਆ, ਪਰ ਇਹ ਰਸਤੇ ਵਿੱਚੋਂ ਮੁੜ ਗਿਆ ਗਲਤ ਰਸਤੇ ਤੇ ਜਾਣ ਵਾਸਤੇ, ਵੇਸਵਾ ਦੁਆਰੇ ਤੇ ਜਾਣ ਵਾਸਤੇ। ਮੈਂ ਠੀਕ ਰਸਤੇ ਤੇ ਤੁਰਿਆ, ਇਹ ਪਾਪ ਵੀ ਕਰ ਆਇਆ, ਪਰ ਇਹਨੂੰ ਰਸਤੇ ਵਿੱਚੋਂ ਇੱਕ ਮੋਹਰ ਮਿਲ ਗਈ। ਜ਼ਮੀਨ ਦੇ ਵਿੱਚੋਂ ਇੱਕ ਇਸ ਤਰ੍ਹਾਂ ਦਾ ਬਰਤਨ ਮਿਲਿਆ ਜਿਹਦੇ ਵਿੱਚ ਇੱਕ ਮੋਹਰ ਸੀ ਸੋਨੇ ਦੀ। ਪਰ ਮੈਂ ਸਤਸੰਗ ਵਿੱਚ ਗਿਆ, ਮੇਰੇ ਪੈਰ ਵਿੱਚ ਕੰਡਾ ਚੁੱਭ ਗਿਆ। ਦੋਵਾਂ ਦਾ ਮੇਲ ਨਹੀਂ ਨਾ ਆਪਸ ਵਿੱਚ ਹੁੰਦਾ। ਇਹ ਬੜੇ ਬੜੇ ਸਵਾਲ ਨੇ ਜ਼ਿੰਦਗੀ ਦੇ।
ਇਹਨਾਂ ਦੀ ਸਮਝ ਨਹੀਂ ਆਉਂਦੀ ਮਨੁੱਖ ਨੂੰ। ਬੜਾ ਬੇਅੰਤ ਪਸਾਰਾ ਹੈ। ਕਿਉਂ ਹੁੰਦਾ ਹੈ? ਇਹਦੇ ਕੀ ਕਾਰਨ ਨੇ? ਕਿਉਂਕਿ ਕੁਦਰਤ ਜਿਹੜੀ ਹੈ ਨਾ, ਉਹਨੇ ਹਰ ਇੱਕ ਬੰਦੇ ਦੇ ਜੀਵਨ ਦੇ ਉੱਤੇ ਓਹਲਾ ਕੀਤਾ ਹੋਇਆ ਹੈ, ਪੜਦਾ ਪਾਇਆ। ਕਿਸੇ ਨੂੰ ਕੋਈ ਪਤਾ ਨਹੀਂ। ਜ਼ਿੰਦਗੀ ਦਾ ਸਵਾਦ ਵੀ ਤਾਂ ਹੀ ਹੈ। ਜੇ ਕਿਸੇ ਬੰਦੇ ਨੂੰ ਅੱਜ ਪਤਾ ਲੱਗ ਜਾਏ ਨਾ ਮੇਰੀ ਜ਼ਿੰਦਗੀ ਪਿੱਛੇ ਕੀ ਸੀ ਤੇ ਅੱਗੇ ਕੀ ਹੋਵੇਗੀ, ਬੰਦਾ ਜਾਣਨਾ ਤਾਂ ਚਾਹੁੰਦਾ ਹੈ। ਤੇ ਜੇ ਕਿਸੇ ਵਿਅਕਤੀ ਨੂੰ ਪਤਾ ਲੱਗ ਜਾਏ ਆਉਣ ਵਾਲੇ ਸਮੇਂ ਦਾ, ਤੇ ਉਹ ਮਰਨ ਤੋਂ ਪਹਿਲਾਂ ਹੀ ਮਰ ਜਾਏਗਾ। ਕਿੰਨਾ ਬੇਅੰਤ ਹੈ ਅਕਾਲ ਪੁਰਖ ਵਾਹਿਗੁਰੂ ਕਿ ਆਉਣ ਵਾਲੇ ਸਮੇਂ ਦੀ ਤਸਵੀਰ ਤਾਂ ਉਹਦੇ ਜੀਵਨ ਵਿੱਚ ਪਈ ਹੋਈ ਹੈ ਕਿ ਕੱਲ੍ਹ ਕੀ ਹੋਣਾ ਹੈ, ਅਗਲੇ ਸਾਲ ਕੀ ਵਾਪਰਨਾ ਹੈ, ਕਿਵੇਂ ਕਿਵੇਂ ਹੋਏਗਾ। ਪਰ ਉਹਨੇ ਲੁਕੋ ਦਿੱਤਾ, ਉਹਨੂੰ ਢੱਕ ਦਿੱਤਾ ਕਿ ਇਹਨੂੰ ਪਤਾ ਨਾ ਲੱਗੇ। ਜੇ ਪਤਾ ਲੱਗ ਗਿਆ ਤੇ ਜਿਹੜੇ ਸਵਾਸ ਇਹਨੇ ਲੈਣੇ ਉਹ ਵੀ ਨਹੀਂ ਲਏਗਾ ਸਵਾਦ ਨਾਲ। ਤਾਂ ਉਹਨੇ ਢੱਕਿਆ ਹੋਇਆ। ਥੋੜ੍ਹੇ ਜਿਹੇ ਲੋਕ ਨੇ ਜਿਹੜੇ ਇਸ ਪਰਦੇ ਨੂੰ ਚੁੱਕ ਲੈਂਦੇ ਨੇ। ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਆਉਣ ਵਾਲੇ ਸਮੇਂ ਵਿੱਚ ਕਿਵੇਂ ਵਾਪਰੇਗਾ, ਪਰ ਉਹਦੇ ਤੋਂ ਪਹਿਲਾਂ ਉਹਨਾਂ ਦੇ ਅੰਦਰ ਐਸੀ ਦਸ਼ਾ ਬਣਾ ਦਿੰਦਾ ਰੱਬ ਕਿ ਉਸ ਚੀਜ਼ ਨੂੰ ਪ੍ਰਗਟ ਨਹੀਂ ਕਰਦੇ। ਇਹ ਰੱਬ ਦਾ ਨਿਯਮ ਹੈ। ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾਰਾਂ ਗਾਵਾਰ। ਜੋ ਕੁਝ ਉਹਨੇ ਬਣਾਇਆ ਹੋਇਆ ਹੈ, ਜਿਹੜਾ ਬੰਦਾ ਉਹਦੀ ਕੁਦਰਤ ਨੂੰ ਤੋੜਦਾ ਹੈ, ਭਾਵੇਂ ਕਿੰਨਾ ਵੀ ਵੱਡਾ ਹੋਵੇ, ਉੱਥੇ ਉਹਨੂੰ ਗਵਾਰ ਕਿਹਾ ਜਾਂਦਾ। ਮੂਰਖ ਹੈ ਤੂੰ, ਜਦੋਂ ਮੈਂ ਢੱਕਿਆ ਸੀ ਤੂੰ ਕਿਉਂ ਲਾਇਆ? ਜਦੋਂ ਮੈਂ ਇਸ ਤਰ੍ਹਾਂ ਚਲਾਉਣਾ ਚਾਹੁੰਦਾ ਸੀ ਤੈਨੂੰ ਕੀ ਲੋੜ ਪੈ ਗਈ? ਇਸ ਕਰਕੇ ਇਹ ਗੱਲ ਠੀਕ ਹੈ, ਜਿਹੜਾ ਉਹਦੇ ਨਾਲ ਜੁੜ ਗਿਆ ਕਰ ਤਾਂ ਕੁਝ ਵੀ ਸਕਦਾ ਹੈ, ਪਰ ਉਹਦੀ ਸਮਝ ਵੀ ਰੱਬ ਵਾਲੀ ਹੋ ਜਾਂਦੀ ਹੈ। ਉਹ ਹੱਦਾਂ ਤੋਂ ਬਾਹਰ ਨਹੀਂ ਜਾਂਦਾ ਕਦੇ। ਤਾਂ ਜ਼ਿੰਦਗੀ ਇੱਕ ਇਸ ਤਰ੍ਹਾਂ ਦੀ ਹੈ ਜਿਹਦਾ ਸਾਨੂੰ ਕੋਈ ਪਤਾ ਨਹੀਂ, ਔਰ ਇਹਦੇ ਵਿੱਚ ਹੀ ਉਹਦਾ ਆਨੰਦ ਹੈ ਜੇ ਪਤਾ ਨਾ ਲੱਗੇ। ਪਰ ਇਹ ਦੋਵੇਂ ਆਏ, ਇੱਕ ਨੇ ਕਿਹਾ ਮੈਨੂੰ ਇੱਕ ਮੋਹਰ ਲੱਭ ਗਈ, ਮੈਂ ਨਹੀਂ ਗਿਆ ਗੁਰਦੁਆਰੇ ਸਤਸੰਗ ਵਿੱਚ। ਇਹ ਵਿਚਾਰਾ ਧਾਰਮਿਕ ਵੀ ਬੰਦਾ, ਇਹ ਕੁਦਰਤੀ ਤੌਰ 'ਤੇ ਵਾਪਰਦਾ ਹੈ। ਧਾਰਮਿਕ ਲੋਕਾਂ ਦੀ ਵਿਆਖਿਆ ਜ਼ਿਆਦਾ ਹੁੰਦੀ ਹੈ ਵੀ ਉਹ ਦੁਖੀ ਕਿੰਨੇ ਕੁ ਨੇ, ਤੰਗ ਕਿੰਨੇ ਨੇ, ਸੰਸਾਰੀਆਂ ਦੀ ਵਿਆਖਿਆ ਨਹੀਂ। ਵੇਖੋ ਜਿੰਨੇ ਕੁ ਸਰੀਰ ਗੁਰਦੁਆਰੇ ਵਿੱਚ ਆ ਰਹੇ ਨੇ, ਮੁਲਾਂਕਣ ਹੀ ਉਹ ਕਰਨਗੇ ਮੇਰੀ ਜ਼ਿੰਦਗੀ ਵਿੱਚ ਕੀ ਵਾਪਰਿਆ। ਗੁਰਦੁਆਰੇ ਜਾਣਾ ਕੁਝ ਵਾਪਰ ਤੇ ਨਹੀਂ ਗਿਆ, ਸੋਚ ਉੱਥੇ ਖੜੀ ਹੋਈ ਹੈ, ਕਿਤੇ ਦੁੱਖ ਤੇ ਨਹੀਂ ਆ ਰਿਹਾ। ਇੱਥੇ ਇਸ ਸਮੇਂ ਵੀ ਹਜ਼ਾਰਾਂ ਲੋਕ ਸੁੱਤੇ ਹੋਣਗੇ ਸ਼ਹਿਰ ਦੇ ਵਿੱਚ, ਉਹਨਾਂ ਵਿੱਚੋਂ ਤੁਹਾਡੇ ਨਾਲੋਂ ਕਈ ਬਹੁਤੇ ਦੁਖੀ ਹੋਣਗੇ, ਬੜੇ ਰੋ ਰਹੇ ਹੋਣਗੇ, ਪਰ ਉਹਨਾਂ ਨੇ ਵਿਆਖਿਆ ਵਿੱਚ ਨਹੀਂ ਆਉਣਾ, ਕਿਉਂਕਿ ਉਹਨਾਂ ਨੇ ਸੋਚਣਾ ਹੀ ਨਹੀਂ ਵੀ ਮੈਂ ਪਾਪ ਕੀਤਾ ਤੇ ਤਾਂ ਦੁੱਖ ਮਿਲਿਆ। ਕੁਦਰਤੀ ਆਪਣੇ ਆਪ ਚੱਲ ਰਿਹਾ ਹੈ। ਦੂਸਰੀ ਗੱਲ, ਜਦੋਂ ਧਾਰਮਿਕ ਬੰਦੇ ਨੂੰ ਕੋਈ ਸਰੀਰਕ ਜਾਂ ਜੀਵਨ ਵਿੱਚ ਕੋਈ ਮਾਇਕ ਦੁੱਖ ਆਉਂਦਾ ਹੈ, ਉਹ ਕਦੀ ਨਾ ਕਦੀ ਉਹਨੇ ਆਪ ਹੀ ਚੁਣਿਆ ਹੁੰਦਾ, ਉਹਨੂੰ ਪਤਾ ਨਹੀਂ। ਕਿਸੇ ਹਿਸਾਬ ਨੂੰ ਚੁਕਾਉਣ ਵਾਸਤੇ, ਕਿਸੇ ਕਰਮ ਨੂੰ ਖਤਮ ਕਰਨ ਵਾਸਤੇ ਬੰਦੇ ਨੂੰ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚੋਂ ਲੰਘਣਾ ਪੈਂਦਾ ਹੈ, ਕਿਸੇ ਨਾ ਕਿਸੇ ਤਰ੍ਹਾਂ ਦੇ ਦੁੱਖ ਦੇ ਵਿੱਚੋਂ। ਤਾਂ ਉਹ ਦੋਵੇਂ ਆਏ। ਇੱਕ ਨੇ ਕਿਹਾ ਮੈਂ ਧਾਰਮਿਕ ਵਿਅਕਤੀ, ਮੈਨੂੰ ਕੰਡਾ ਚੁੱਭਿਆ, ਇਹਨੂੰ ਮੋਹਰ ਮਿਲ ਗਈ ਉਸ ਭਾਂਡੇ ਵਿੱਚੋਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਜਿਹਨੂੰ ਮੋਹਰ ਲੱਭੀ ਸੀ, ਕਹਿਣ ਲੱਗੇ ਭਾਂਡੇ ਵਿੱਚ ਕੱਲੀ ਮੋਹਰ ਸੀ ਕਿ ਹੋਰ ਵੀ ਕੁਝ? ਕਹਿਣ ਲੱਗਾ ਹੋਰ ਕਾਲਖ ਸੀ, ਥੋੜੀ ਜਿਹੀ ਕਾਲਖ ਪਈ ਹੋਈ ਸੀ। ਕਹਿਣ ਲੱਗੇ ਸੱਜਣਾ ਇੱਕ ਮੋਹਰ ਨਹੀਂ ਸੀ ਤੇਰੀ, ਇਹ ਸਾਰਾ ਬਰਤਨ ਹੀ ਤੇਰਾ ਮੋਹਰਾਂ ਦਾ ਭਰਿਆ ਹੋਇਆ ਸੀ, ਤੇਰੇ ਭਾਗਾਂ ਵਿੱਚ ਭਰਿਆ ਹੋਇਆ ਬਰਤਨ ਸੀ। ਪਰ ਜ਼ਿੰਦਗੀ ਦੇ ਅੰਦਰ ਤੂੰ ਪਾਪ ਕਰ ਕਰਕੇ ਸਾਰਾ ਕੁਝ ਸਵਾਹ ਕਰ ਦਿੱਤਾ ਹੈ। ਇੱਕੋ ਮੋਹਰ ਬਚੀ ਹੈ, ਉਹ ਵੀ ਅੱਜ ਸੜ ਜਾਣੀ ਸੀ, ਜੇ ਇੱਥੇ ਨਾ ਆਉਂਦਾ ਤੇ ਉਹ ਵੀ ਖਤਮ ਹੋ ਜਾਣੀ ਸੀ। ਹੁਣ ਇਹਦੇ ਨਾਲ ਤੂੰ ਆਪਣਾ ਵਪਾਰ ਵਧਾ ਲੈ, ਇਹਦੇ ਨਾਲ ਤੂੰ ਅੱਗੇ ਹੋਰ ਧਨੀ ਹੋ ਸਕਦਾ, ਹੋਰ ਅਮੀਰ ਹੋ ਸਕਦਾ। ਤੇ ਆਹ ਜਿਹੜਾ ਕੰਡੇ ਦੀ ਸ਼ਿਕਾਇਤ ਕਰ ਰਿਹਾ ਹੈ, ਇਹ ਕਮਾਈ ਕਰਦਾ ਰਿਹਾ ਹੈ, ਅਸਲ ਵਿੱਚ ਅੱਜ ਇਹਦਾ ਸੂਲੀ ਦਾ ਦਿਨ ਸੀ। ਤਾਂ ਸ਼ਬਦ ਨੇ, ਨਾਮ ਨੇ, ਸਤ ਸੰਗਤ ਨੇ ਉਹਨੂੰ ਘਟਾ ਦਿੱਤਾ, ਛੋਟਾ ਕਰ ਦਿੱਤਾ, ਸਹਿਜੇ ਸਹਿਜੇ ਤਬਦੀਲ ਕਰ ਦਿੱਤਾ, ਫਰਕ ਪਾ ਦਿੱਤਾ। ਜ਼ਰੂਰ ਇਸ ਤਰ੍ਹਾਂ ਹੁੰਦਾ ਹੈ, ਕੋਈ ਸ਼ੱਕ ਨਹੀਂ, ਬਦਲਦਾ ਸਭ ਕੁਝ।
ਬਦਲਿਆ ਜਾ ਸਕਦਾ। ਜੇ ਜੀਵਨ ਬਦਲਿਆ ਨਹੀਂ ਸੀ ਜਾ ਸਕਦਾ ਫਿਰ ਧਰਮ ਹੁੰਦਾ ਹੀ ਨਾ ਦੁਨੀਆ ਵਿੱਚ। ਇਹ ਬਦਲਣ ਵਾਸਤੇ ਹੀ ਹੈ ਜੀਵਨ ਨੂੰ। ਜਿਹੜਾ ਉਹ ਵਿਸ਼ਾ ਕਿ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ, ਉਹਦੇ ਅਰਥ ਹੀ ਬੜੇ ਹੋਰ ਨੇ। ਜਿਹੜਾ ਲੇਖ ਕਰਤਾਰ ਨੇ ਲਿਖਿਆ ਹੈ ਉਹ ਨਹੀਂ ਮਿਟ ਸਕਦਾ। ਇਹਦੇ ਇਹ ਅਰਥ ਨੇ ਨਾ, ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਇੱਥੇ ਕਰਤਾਰ ਲਿਖਿਆ ਕਿ ਆਦਮੀ ਲਿਖਿਆ ਹੈ। ਇਹਦਾ ਮਤਲਬ ਜਿਹੜਾ ਲੇਖ ਰੱਬ ਨੇ ਲਿਖਿਆ ਉਹ ਨਹੀਂ ਮਿਟਦਾ, ਜਿਹੜਾ ਲੇਖ ਬੰਦੇ ਨੇ ਲਿਖਿਆ ਉਹ ਤੇ ਮਿਟ ਸਕਦਾ ਨਾ। ਉਹਦੇ ਬਾਰੇ ਕੁਝ ਨਹੀਂ ਕਿਹਾ ਇੱਥੇ। ਤਾਂ ਜਿਹੜੇ ਪਾਪ ਕਰਮ ਨੇ ਉਹ ਬੰਦੇ ਨੇ ਕੀਤੇ ਨੇ, ਰੱਬ ਨੇ ਨਹੀਂ ਲਿਖੇ। ਉਹ ਪਾਪ ਮਿਟ ਸਕਦੇ ਨੇ। ਪੁੰਨ ਵੀ ਬੰਦੇ ਨੇ ਕੀਤੇ, ਪੁੰਨ ਵੀ ਮਿਟ ਸਕਦੇ ਨੇ। ਪਰ ਕਰਤਾਰ ਦਾ ਲੇਖ ਕਿਹੜਾ ਹੈ? ਕਰਤਾਰ ਦਾ ਲੇਖ ਉਹ ਪਹਿਲਾ ਲੇਖ ਹੈ। ਉਹਦਾ ਨਾਮ ਬੰਦਾ ਜਿੰਨੇ ਮਰਜ਼ੀ ਪਾਪ ਵਿੱਚ ਡਿੱਗ ਪਏ, ਅੰਦਰੋਂ ਕਰਤਾਰ ਦਾ ਨਾਮ ਨਹੀਂ ਮਿਟਦਾ। ਜਿੰਨਾ ਮਰਜ਼ੀ ਪਾਪੀ ਹੋ ਜਾਏ, ਕੋਈ ਜਿੰਨਾ ਮਰਜ਼ੀ ਗਿਰ ਜਾਏ ਜੀਵਨ ਦੇ ਵਿੱਚ, ਅੰਦਰੋਂ ਨਾਮ ਨਹੀਂ ਮਿਟਦਾ ਉਹਦਿਓ, ਕਿਉਂਕਿ ਰੱਬ ਨੇ ਲਿਖਿਆ ਹੋਇਆ। ਇਸ ਲਈ ਬਾਕੀ ਲੇਖ ਤਾਂ ਮਿਟ ਸਕਦੇ ਨੇ। ਘੋਰ ਦੁਖਿਅੰਗ ਅਨਕ ਹਤਿਅੰਗ ਜਨਮ ਦਾਰਿਦਰੰਗ ਮਹਾ ਵਿਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਮਿਟ ਸਕਦੇ ਨੇ। ਕਿਹਾ ਹੈ ਤਾਂ ਫਿਰ ਇਹਦੇ ਵਿਰੋਧ ਵਿੱਚ ਨਹੀਂ ਕਿਹਾ ਕਿਤੇ। ਮਿਟ ਸਕਦੇ ਨੇ ਸਾਰੇ ਪਾਪ ਜਿਹੜੇ ਆਦਮੀ ਨੇ ਕੀਤੇ, ਉਹਦੇ ਲਿਖੇ ਗਏ, ਉਹ ਤਾਂ ਮਿਟ ਸਕਦੇ। ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਬੰਦੇ ਦੇ ਜੀਵਨ ਵਿੱਚ ਨਾਮ ਲਿਖ ਦਿੱਤਾ ਹੈ ਤੇ ਪ੍ਰੇਮ ਲਿਖ ਦਿੱਤਾ, ਉਹ ਨਹੀਂ ਮਿਟ ਸਕਦਾ। ਉਹ ਕਾਇਮ ਰਹਿੰਦਾ ਹੈ। ਉਹਨੂੰ ਕਿਹਾ ਵੀ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਨਾ ਪਹਿਲਾਂ ਕਦੀ ਮਿਟਿਆ, ਅੱਜ ਵੀ ਅੰਦਰ ਹੈ, ਪਰ ਅਸੀਂ ਉਹਨੂੰ ਖੁੰਝੇ ਲਾ ਦਿੱਤਾ ਬਿਲਕੁਲ। ਉਹਦੇ ਨਾਮ ਨੂੰ, ਉਹਦੇ ਹੁਕਮ ਨੂੰ, ਜੋ ਕੁਝ ਉਹਨੇ ਕਰਾਉਣਾ ਚਾਹਿਆ ਸੀ ਉਹਨੂੰ ਲਾ ਦਿੱਤਾ ਸਾਈਡ ਤੇ। ਹੁਣ ਮਨ ਮਰਜ਼ੀ ਆਪਣੀ ਹੈ। ਬੰਦੇ ਨੇ ਤੇ ਸਟੇਜ ਬਣਾ ਕੇ ਨਾ ਸਰੀਰ ਦੀ ਰੱਬ ਨੇ ਆਦਮੀ ਨੂੰ ਦੇ ਦਿੱਤੀ ਸੀ। ਤੂੰ ਹੈ ਇਹਦਾ ਸੈਕਟਰੀ, ਅਨਾਉਂਸਰ ਹੈ। ਕਿਹਨੂੰ ਕਿਹਨੂੰ ਟਾਈਮ ਦੇਣਾ ਦੱਸ। ਤੂੰ ਅਨਾਉਂਸਰ ਹੈ, ਬਾਕੀ ਸਾਰੇ ਬੁਲਾਰੇ ਨੇ ਸਰੀਰ ਰੂਪੀ ਸਟੇਜ ਤੇ। ਦੇ ਇਜਾਜ਼ਤ। ਅੱਖਾਂ ਨੇ ਟਾਈਮ ਮੰਗਿਆ ਉਹਨਾਂ ਨੂੰ ਦੇ, ਕੰਨਾਂ ਨੇ ਟਾਈਮ ਮੰਗਿਆ ਉਹਨਾਂ ਨੂੰ ਦੇ ਕੰਮ ਕਰਨ ਦਾ, ਜ਼ੁਬਾਨ ਨੇ ਟਾਈਮ ਮੰਗਿਆ ਉਹਨਾਂ ਨੂੰ ਟਾਈਮ ਦੇ। ਕਿੰਨਾ ਕਿੰਨਾ ਵੰਡ ਕੇ ਦੇਣਾ ਤੂੰ। ਹੱਥਾਂ ਨੂੰ ਟਾਈਮ ਦੇ। ਆ ਟਾਈਮ ਦਿੰਦੇ ਆ ਤਾਂ ਹੀ ਹੱਥ ਪੈਰ ਤਾਂ ਹੀ ਤੁਰਦੇ ਨਾ। ਅੰਦਰੋਂ ਫੈਸਲਾ ਹੁੰਦਾ ਪਹਿਲਾਂ ਮੈਂ ਤੁਰ ਕੇ ਜਾਣਾ ਹੈ, ਅੰਦਰੋਂ ਫੈਸਲਾ ਹੁੰਦਾ ਮੈਂ ਦੇਖਣਾ ਹੈ, ਤਾਂ ਅੱਖ ਦੇਖਦੀ ਹੈ। ਤਾਂ ਇਹ ਬਣਾਇਆ ਸੀ ਸਟੇਜ ਸੈਕਟਰੀ, ਅਨਾਉਂਸ ਕਰਨ ਵਾਸਤੇ ਆਦਮੀ ਨੂੰ। ਪਰ ਕਦੀ ਕਦੀ ਤੁਸੀਂ ਵੇਖਿਆ ਹੋਵੇਗਾ ਸਟੇਜ ਸੈਕਟਰੀ ਇਸ ਤਰ੍ਹਾਂ ਦੇ ਹੁੰਦੇ ਨੇ, ਬੁਲਾਰਿਆਂ ਨੂੰ ਟਾਈਮ ਹੀ ਨਹੀਂ ਦਿੰਦੇ, ਆਪ ਹੀ ਬੋਲਦੇ ਰਹਿੰਦੇ, ਉਹਨਾਂ ਦਾ ਟਾਈਮ ਵੀ ਖਾ ਜਾਂਦੇ। ਤਾਂ ਉਹਨੇ ਜਿੱਥੇ ਸਰੀਰ ਦੇ ਅੰਗਾਂ ਨੂੰ ਬੰਦੇ ਨੇ ਟਾਈਮ ਦੇਣਾ ਸੀ ਨਾ ਥੋੜ੍ਹਾ ਥੋੜ੍ਹਾ, ਉੱਥੇ ਇੱਕ ਮੇਨ ਬੁਲਾਰਾ ਸੀ ਬਾਹਰੋਂ ਬੁਲਾਇਆ ਹੋਇਆ ਜਿਹੜਾ ਖਾਸ ਸੀ। ਉਹ ਬੁਲਾਰਾ ਸੀ ਪਰਮਾਤਮਾ। ਤਾਂ ਉਹਨੂੰ ਤੇ ਕਿਸੇ ਖੁੰਝੇ ਲਾ ਕੇ ਪਿੱਛੇ ਲਾ ਦਿੱਤਾ, ਉਹਨੂੰ ਸਟੇਜ ਤੇ ਨਹੀਂ ਆਉਣ ਦਿੱਤਾ ਕਦੇ। ਰੱਬ ਤੇ ਪਿੱਛੇ ਉਡੀਕ ਹੀ ਕਰ ਰਿਹਾ ਇੰਨੇ ਸਾਲਾਂ ਤੋਂ ਵੀ ਮੈਨੂੰ ਵੀ ਕਿਤੇ ਬੋਲਣ ਦੇਗਾ ਕਿ ਨਹੀਂ ਇਹ ਵਿੱਚ, ਪਰ ਇਹਨੇ ਉਹਨੂੰ ਪਿੱਛੇ ਲਾ ਦਿੱਤਾ ਹੈ ਬਿਲਕੁਲ। ਉਹਨੂੰ ਕੋਈ ਵਕਤ ਨਹੀਂ ਦਿੱਤਾ। ਸੰਤ ਉਸੇ ਨੂੰ ਕਹਿੰਦੇ ਨੇ ਜਿਹਨੇ ਆਪਣੇ ਜੀਵਨ ਵਿੱਚ ਪਰਮਾਤਮਾ ਨੂੰ ਬੋਲਣ ਵਾਸਤੇ ਟਾਈਮ ਦੇ ਦਿੱਤਾ ਹੈ। ਆਪ ਚੁੱਪ ਕਰ ਗਿਆ। ਹਉ ਆਪੋਂ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਜਿਹਨੇ ਰੱਬ ਨੂੰ ਟਾਈਮ ਦੇ ਦਿੱਤਾ ਬੋਲਣ ਦਾ, ਤੂੰ ਮੇਰੇ ਰਾਹੀਂ ਬੋਲ, ਮੇਰੇ ਰਾਹੀਂ ਵੇਖ ਸੁਣ, ਭੋਜਨ ਖਾ, ਮੇਰੇ ਰਾਹੀਂ ਸਭ ਕੁਝ ਕਰ ਸਕਦਾ ਉਹ। ਤਾਂ ਇਹ ਇੱਕ ਜੁਗਤ ਦੱਸੀ ਸੀ, ਲੇਖ ਲਿਖਿਆ ਸੀ। ਉਸ ਲੇਖ ਨੂੰ ਅਸੀਂ ਆਸੇ ਪਾਸੇ ਕਰ ਦਿੱਤਾ ਜੋ ਜੀਵਨ ਸੀ। ਇਹ ਨਵਾਂ ਜੀਵਨ ਜਿਹੜਾ ਆਪ ਮਨ ਦੀ ਬਣਾਈ ਦੁਨੀਆ, ਇਸ ਗੰਦਮੰਦ ਨੂੰ ਸਾਹਮਣੇ ਕਰ ਦਿੱਤਾ ਹੈ। ਜੋ ਅਸਲੀਅਤ ਸੀ, ਜੋ ਸ਼ੁੱਧ ਜੀਵਨ ਸੀ, ਉਹਨੂੰ ਪਾਸੇ ਕਰ ਦਿੱਤਾ। ਬਸ ਇਹਨੂੰ ਹਟਾਉਣਾ ਜੋ ਅਸੀਂ ਆਪ ਬਣਾਇਆ ਹੈ, ਇਹਨੂੰ ਤੋੜਨਾ ਹੀ ਧਰਮ ਦੀ ਸਾਧਨਾ ਹੈ। ਤੇ ਅਸਲੀ ਜੀਵਨ ਨੂੰ ਪ੍ਰਗਟ ਹੋਣ ਦੇਣਾ, ਉਸੇ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਖਾਲਸਾ ਪ੍ਰਗਟਿਓ। ਖਾਲਸਾ ਪ੍ਰਗਟ ਹੋਇਆ ਹੈ, ਪਹਿਲਾਂ ਸੀ ਮੌਜੂਦ, ਪਰ ਵਿਚਾਰੇ ਨੂੰ ਟਾਈਮ ਨਹੀਂ ਸੀ ਮਿਲਦਾ। ਅੰਦਰੋਂ ਜਿਹੜੀ ਸ਼ੁੱਧ ਅਵਸਥਾ ਸੀ ਉਹ ਪ੍ਰਗਟ ਹੋ ਗਈ। ਖਾਲਸ ਦੇ ਅਰਥ ਨੇ ਸ਼ੁੱਧ। ਖਾਲਸਾ ਅਕਾਲ ਪੁਰਖ ਕੀ ਫੌਜ
ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਸ ਕਰਕੇ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਜਿੰਨੇ ਵੀ ਜੀਵ ਨੇ ਜੀ ਜਾਤ ਰੰਗਾਂ ਕੇ ਨਾਮ, ਇਹਨਾਂ ਦੇ ਸਾਰਿਆਂ ਦੇ ਨਾਮ ਰੱਖੇ ਗਏ, ਇੱਥੇ ਨਾਮ ਦਿੱਤੇ ਗਏ। ਸਭਨਾ ਲਿਖਿਆ ਬੁੜੀ ਕਲਾਮ, ਸਾਰਿਆਂ ਨੂੰ ਨਾਮ ਦਿੱਤਾ ਗਿਆ ਇੱਥੇ ਅਕਸ਼ਰ ਨੇ। ਬਿਲਕੁਲ ਠੀਕ ਹੈ। ਜਿਹੜਾ ਜਿਹੜਾ ਕਿਸੇ ਦਾ ਨਾਮ ਟਿਕਦਾ ਹੈ, ਉਹ ਨਾਮ ਭਾਵੇਂ ਮਾਤਾ ਪਿਤਾ ਰੱਖਦੇ ਨੇ, ਪਰ ਉਹਨਾਂ ਦੇ ਪਿੱਛੇ ਪ੍ਰਯੋਜਨ ਸ਼ਕਤੀ ਸਾਰੀ ਦੀ ਸਾਰੀ ਬ੍ਰਹਿਮੰਡ ਦੀ ਕੰਮ ਕਰਦੀ, ਅਕਾਲ ਪੁਰਖ ਦੀ, ਤਾਂ ਉਹਨਾਂ ਨੂੰ ਉਹ ਨਾਮ ਮਿਲਦਾ। ਸਾਰਿਆਂ ਦੇ ਨਾਮ ਦੇ ਦਿੱਤੇ ਗਏ। ਕਈ ਰੰਗਾਂ ਦੇ ਜੀਵ ਨੇ, ਕਈ ਜਾਤੀਆਂ ਦੇ ਜੀਵ ਨੇ। ਜਾਤ ਦਾ ਅਰਥ ਇੱਥੇ ਸਿਰਫ ਇੰਨਾ ਹੈ ਕਿ ਪਹਿਚਾਣ ਕਰਨੀ, ਹੋਰ ਜਾਤੀ ਕੋਈ ਨਹੀਂ ਸੀ। ਜਾਤ ਪਾਤ ਬਾਅਦ ਵਿੱਚ ਚੱਲੀ। ਸਭਨਾ ਲਿਖਿਆ ਬੁੜੀ ਕਲਾਮ, ਇੱਕ ਕਲਮ ਚੱਲ ਗਈ ਜਿਹਨੇ ਸਾਰਿਆਂ ਦਾ ਜੀਵਨ ਲਿਖ ਦਿੱਤਾ ਵੀ ਇਹਨਾਂ ਇਸ ਹੱਦ ਵਿੱਚ ਰਹਿਣਾ। ਫਿਰ ਸਾਹਿਬ ਕਹਿੰਦੇ ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਜਿਹੜੇ ਗੁਰਮੁਖ ਇਸ ਰਾਹ ਤੇ ਗਏ, ਉਹਨਾਂ ਨੇ ਇਸ ਜੀਵਨ ਦੇ ਲੇਖੇ ਨੂੰ, ਹਿਸਾਬ ਕਿਤਾਬ ਨੂੰ ਜਦੋਂ ਵੇਖਿਆ ਤੇ ਵੇਖ ਲਿਆ ਇਹਨੂੰ ਨਾ ਸਾਰੇ ਨੂੰ ਪੜ੍ਹਿਆ ਜਾ ਸਕਦਾ, ਨਾ ਸਾਰੇ ਨੂੰ ਲਿਖਿਆ ਜਾ ਸਕਦਾ। ਕੋਈ ਮਨੁੱਖ ਇਸ ਲੇਖੇ ਨੂੰ ਜਾਣਨ ਦਾ ਯਤਨ ਕਰੇ। ਫਿਰ ਲੇਖਾ ਲਿਖਿਆ ਕੇਤਾ, ਕੇਤਾ ਦਾ ਅਰਥ ਕਿੰਨਾ ਕੁ ਵੱਡਾ ਹੋ ਸਕਦਾ, ਕਿੰਨਾ ਕੁ ਮਹਾਨ ਹੈ। ਕੇਤਾ ਤਾਣ, ਕਿੰਨੀ ਸ਼ਕਤੀ ਹੈ ਉਹਦੇ ਅੰਦਰ। ਤਾਣ ਦਾ ਅਰਥ ਹੈ ਸ਼ਕਤੀ। ਸਵਾਲਿਓ ਰੂਪ, ਸਵਾਲਿਓ ਦਾ ਅਰਥ ਹੈ ਸੋਹਣਾ, ਰੂਪ ਦਾ ਅਰਥ ਹੈ ਸੁੰਦਰਤਾ। ਨੈਣ ਨਕਸ਼, ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਕਿੰਨਾ ਕੁ ਤਾਣ, ਕਿੰਨੀ ਕੁ ਸ਼ਕਤੀ ਹੈ, ਕਿੰਨਾ ਕੁ ਮਹਾਨ ਉਹਦਾ ਰੂਪ ਹੈ, ਇਹਨੂੰ ਜਾਣਿਆ ਨਹੀਂ ਜਾ ਸਕਦਾ। ਕਿੰਨਾ ਕੁ ਸੁੰਦਰ ਹੈ। ਫਿਰ ਕਹਿੰਦੇ ਕੇਤੀ ਦਾਤ ਜਾਣੈ ਕੌਣ ਕੂਤ। ਕੂਤ ਦਾ ਮਤਲਬ ਹੈ ਮਿਣਨ ਵਾਲਾ, ਤੋਲਣ ਵਾਲਾ। ਕਿੰਨੀਆਂ ਕੁ ਦਾਤਾਂ ਉਹਨੇ ਇੱਥੇ ਭਰ ਦਿੱਤੀਆਂ ਨੇ, ਇਹਨਾਂ ਨੂੰ ਕੋਈ ਮਿਣਨ ਵਾਲਾ ਮਿਣ ਨਹੀਂ ਸਕਦਾ। ਸਾਡੇ ਵਾਸਤੇ ਉਹਨੇ ਕਿੰਨਾ ਕੁਝ ਇੱਥੇ ਬ੍ਰਹਿਮੰਡ ਦੇ ਵਿੱਚ ਬਣਾਇਆ ਹੈ, ਛੱਡਿਆ ਹੋਇਆ ਹੈ, ਸਾਡੀ ਪਾਲਣਾ ਕਰਨ ਵਾਸਤੇ, ਸਾਨੂੰ ਚਲਾਉਣ ਵਾਸਤੇ। ਜਿਹੜੀ ਹਵਾ ਨਾਲ ਅਸੀਂ ਜੀ ਰਹੇ ਹਾਂ, ਉਹ ਸਿਰਫ ਧਰਤੀ 'ਤੇ ਛੱਡੀ ਹੋਈ, ਉੱਪਰ ਨਹੀਂ। ਕੁਝ ਕਿਲੋਮੀਟਰ ਆਕਾਸ਼ 'ਤੇ ਜਾਓ, ਉੱਥੇ ਆਕਸੀਜਨ ਨਹੀਂ ਮਿਲੇਗੀ ਤੁਹਾਨੂੰ। ਫਿਰ ਇੰਨੀ ਕੁ ਪਰਤ ਕਿੰਨੇ ਬਣਾ ਕੇ ਛੱਡੀ? ਕੋਈ ਹੈ ਨਾ ਇਹਦੇ ਪਿੱਛੇ ਖੜਾ ਹੋਇਆ ਵੀ ਇੱਥੇ ਜੀਵ ਪੈਦਾ ਕਰਨੇ, ਉਹਨਾਂ ਨੂੰ ਆਕਸੀਜਨ ਚਾਹੀਦੀ ਹੈ। ਉਹਨੇ ਇੱਥੇ ਬਣਾਈ ਸਿਰਫ, ਅੱਗੇ ਨਹੀਂ। ਅਗਲੇ ਜਿਹੜੇ ਲੋਕ ਨੇ ਉਹਨਾਂ ਵਾਸਤੇ ਦੂਸਰੀ ਆਕਸੀਜਨ ਹੋਵੇਗੀ, ਉਹਨਾਂ ਵਾਸਤੇ ਦੂਸਰੀ ਹਵਾ ਹੋ ਸਕਦੀ। ਤਾਂ ਇਹ ਉਹਦੇ ਸਾਰੀਆਂ ਦਾਤਾਂ ਹਨ। ਕੇਤੀ ਦਾਤ ਜਾਣੈ ਕੌਣ ਕੂਤ। ਸਤਿਗੁਰਾਂ ਨੇ ਫਿਰ ਅੱਗੇ ਬਚਨ ਕੀਤਾ, ਕਹਿਣ ਲੱਗੇ ਕੀਤਾ ਪਸਾਓ ਏਕੋ ਕਵਾਓ। ਕਵਾਓ ਦਾ ਮਤਲਬ ਹੈ ਸ਼ਬਦ, ਕਵਾਓ ਦਾ ਮਤਲਬ ਹੈ ਕੂਣਾ, ਕਵਾਣਾ। ਇੱਕ ਕਵਾਓ ਤੋਂ, ਇੱਕ ਸ਼ਬਦ ਵਿੱਚੋਂ, ਇੱਕ ਆਵਾਜ਼ ਵਿੱਚੋਂ, ਜਿਹੜੀ ਕਿਸੇ ਭਾਸ਼ਾ ਵਿੱਚ ਨਹੀਂ ਸੀ। ਆ ਜਿੰਨੇ ਸ਼ਬਦ ਨੇ ਇਹ ਸਾਡੀ ਭਾਸ਼ਾ ਵਿੱਚ ਲਿਖੇ ਗਏ ਨੇ। ਇਹਨਾਂ ਦੀ ਕਮਾਈ ਕਰਕੇ, ਇਹਨਾਂ ਨੂੰ ਜਪ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਵਨ ਵਿੱਚ ਧਾਰਨ ਕਰਕੇ ਅਸੀਂ ਉਸ ਕਵਾਓ ਨੂੰ ਲੱਭ ਸਕਦੇ ਹਾਂ ਜਿਹਦੇ ਵਿੱਚੋਂ ਸਾਰਾ ਸੰਸਾਰ ਪੈਦਾ ਹੋਇਆ। ਇੱਕ ਕਵਾਓ ਸੀ, ਇੱਕ ਸ਼ਬਦ ਸੀ। ਪਹਿਲਾਂ ਉਹਨੇ ਆਪਣੇ ਵਿੱਚੋਂ ਸ਼ਬਦ ਪੈਦਾ ਕੀਤਾ, ਆਵਾਜ਼ ਪੈਦਾ ਕੀਤੀ। ਤੇ ਇਹ ਗੱਲ ਇੱਕ ਸੱਚਾਈ ਹੈ। ਆਵਾਜ਼ ਦੇ ਵਿੱਚੋਂ, ਸ਼ਬਦ ਦੇ ਵਿੱਚੋਂ ਸਾਰਾ ਸੰਸਾਰ ਪੈਦਾ ਹੋਇਆ। ਤੇ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਸੇਧ ਦਿੱਤੀ ਹੈ ਨਾ, ਸਭ ਤੋਂ ਸੌਖੀ, ਉਹ ਕਹਿੰਦੇ ਤੂੰ ਆਪਣੀ ਆਵਾਜ਼ ਵਿੱਚ ਧਿਆਨ ਲਾ। ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਿਰਲੇਖ ਦੇ ਉੱਤੇ ਰਾਗ ਆਏ ਨੇ। ਰਾਗ ਦਾ ਮਤਲਬ ਵੀ ਇਹ ਹੈ ਕਿ ਬੰਦੇ ਦਾ ਜਿਹੜਾ ਧਿਆਨ ਹੈ ਆਵਾਜ਼ ਵਿੱਚ ਜਾਏ। ਪਹਿਲਾਂ ਬਾਹਰਲੇ ਜਿਹੜੇ ਸਾਜ਼ ਨੇ ਉਹਨਾਂ ਵਿੱਚ ਟਿਕੇ, ਜਦੋਂ ਸਾਜ਼ ਚੱਲਣਗੇ, ਰਾਗ ਚੱਲੇਗਾ, ਉਹਨਾਂ ਵਿੱਚ ਇਹਦਾ ਧਿਆਨ ਟਿਕੇ। ਫਿਰ ਸਹਿਜੇ ਸਹਿਜੇ ਜਿਹੜਾ ਇਹ ਸ਼ਬਦ ਉਚਾਰਨ ਕਰ ਰਿਹਾ ਹੈ, ਬੋਲ ਰਿਹਾ, ਤਾਂ ਉਸ ਸ਼ਬਦ ਵਿੱਚ ਇਹਦਾ ਧਿਆਨ ਜਾਏ। ਜਦੋਂ ਬੋਲਾਂਗੇ
ਤੇ ਸ਼ਬਦ ਮੂੰਹ ਵਿੱਚ ਹੋਏਗਾ, ਪਰ ਜਿਉਂ-ਜਿਉਂ ਇਹਨੂੰ ਸਲੋ ਕਰਦੇ ਜਾਏਗਾ ਆਦਮੀ, ਆਵਾਜ਼ ਨੂੰ ਘਟਾਉਂਦਾ ਜਾਏਗਾ। ਸ਼ਬਦ ਦੀ ਬੜੀ ਵੱਡੀ ਸਾਧਨਾ, ਬੜਾ ਵੱਡਾ ਵਿਗਿਆਨ ਸਾਨੂੰ ਦਿੱਤਾ ਹੈ, ਅਸੀਂ ਉਹਦਾ ਵਿਸਤਾਰ ਨਹੀਂ ਕਰ ਸਕੇ। ਸੱਚਾਈ ਇਹ ਹੈ, ਵਿਸਤਾਰ ਨਹੀਂ ਕੀਤਾ ਅਜੇ ਤੱਕ। ਜਿਨ੍ਹਾਂ ਨੇ ਕਮਾਈਆਂ ਕੀਤੀਆਂ ਉਹਨਾਂ ਨੇ ਤੇ ਸਮਝ ਲਿਆ ਉਹਨੂੰ, ਉਹਨਾਂ ਨੇ ਯਤਨ ਵੀ ਕੀਤਾ, ਪਰ ਸ਼ਬਦ ਦਾ ਵਿਗਿਆਨ, ਇਹਦਾ ਵਿਸਤਾਰ ਨਹੀਂ ਕੀਤਾ ਸਾਡੀ ਕੌਮ ਨੇ ਬਹੁਤਾ। ਜਿਵੇਂ ਦੂਸਰੇ ਧਰਮ ਕਰ ਗਏ ਨਾ, ਯੋਗ ਤੰਤਰ ਵਾਲੇ ਨੇ ਬੜਾ ਉਹਨਾਂ ਵਿਸਤਾਰ ਕਰ ਦਿੱਤਾ, ਬੜੀ ਵਿਆਖਿਆ ਕੀਤੀ ਯੋਗ ਮਤ ਦੀ। ਸਾਰੀਆਂ ਚੀਜ਼ਾਂ ਉਹਨਾਂ ਨੇ ਸਾਡੇ ਵਿੱਚ ਵੀ ਘਸੋੜ ਦਿੱਤੀਆਂ ਕੁਝ। ਉਹਨਾਂ ਨੇ ਇੰਨੀ ਵਿਆਖਿਆ ਕੀਤੀ ਆਪਣੇ ਯੋਗ ਦੀ ਕਿ ਉਹ ਯੋਗ ਸਾਡੇ ਵਿੱਚ ਵੀ ਆ ਗਿਆ। ਪ੍ਰਾਣਾਯਾਮ ਦੀ ਉਹਨਾਂ ਵਿਆਖਿਆ ਕੀਤੀ, ਪ੍ਰਾਣਾਯਾਮ ਵੀ ਆ ਗਿਆ, ਸਾਡੇ ਵਿੱਚ ਆਇਆ ਹੋਇਆ। ਸਾਡੀ ਸਾਧਨਾ ਦੇ ਬਹੁਤੇ ਜਿਹੜੇ ਹਿੱਸੇ ਨੇ ਅੱਜ ਦੂਸਰਿਆਂ ਤੋਂ ਲੈ ਕੇ ਅਸੀਂ ਕਰ ਰਹੇ ਹਾਂ ਉਹਨਾਂ ਨੂੰ। ਪ੍ਰਾਣਾਯਾਮ, ਯੋਗ ਮਤ, ਤੰਤਰ ਵਿਦਿਆ, ਹੋਰ ਕਈ ਕੁਝ ਹੈ, ਪਰ ਸ਼ਬਦ ਦਾ ਇੱਕ ਸਭ ਤੋਂ ਸੁਪਰੀਮ ਵਿਗਿਆਨ ਸੀ ਸਾਡੇ ਕੋਲ, ਤੇ ਸਰਲ ਸੀ, ਬਿਲਕੁਲ ਸਿੱਧਾ, ਆਮ ਬੰਦੇ ਦੇ ਕੰਮ ਆਉਣ ਵਾਲਾ। ਸਾਰੇ ਜਿੰਨੇ ਸਾਧਨਾ ਨੇ, ਯੋਗ ਮਤ ਹੈ, ਕਈ ਤਰ੍ਹਾਂ ਦੀਆਂ ਸਮਾਧੀਆਂ ਨੇ, ਤੁਸੀਂ ਲਾਉਂਦੇ ਹੋ, ਵੇਖਦੇ ਹੋ, ਸੁਣਾਉਂਦੇ ਨੇ ਲੋਕ। ਪਰ ਉਹ ਇੱਕ ਗੱਲ ਕਹਿੰਦੇ ਨੇ ਵੀ ਜੇ ਤੁਸੀਂ ਇਸ ਢੰਗ ਨਾਲ ਨਾਮ ਜਪਣਾ ਨਾ, ਤੇ ਉੱਤੇ ਇੱਕ ਬੰਦਾ ਹੋਣਾ ਚਾਹੀਦਾ ਤੁਹਾਨੂੰ ਕੰਟਰੋਲ ਕਰਨ ਵਾਸਤੇ, ਕਿਤੇ ਡਿੱਗ ਨਾ ਪਵੋ। ਇਹ ਯੋਗ ਮਤ ਦਾ ਇੱਕ ਤਰੀਕਾ ਹੈ। ਉਹ ਜਦੋਂ ਕਿਸੇ ਨੂੰ ਅਭਿਆਸ ਕਰਾਉਂਦੇ ਨੇ, ਦੂਸਰਾ ਯੋਗੀ ਕੋਲ ਬਹਿੰਦਾ ਹੈ, ਉਹਦਾ ਧਿਆਨ ਰੱਖਦਾ ਹੈ। ਪਰ ਗੁਰਸਿੱਖੀ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਇਹ ਤਾਂ ਜ਼ਰੂਰ ਕਿਹਾ ਗਿਆ ਹੈ ਕਿ ਨਾਮ ਜਪਣ ਵਾਲਿਆਂ ਦੀ ਸੰਗਤ ਕਰ, ਉਹਨਾਂ ਦੇ ਨਾਲ ਰਹਿ, ਜਾਂ ਉਹਨਾਂ ਦੇ ਤੋਂ ਸਵਾਲ ਜਵਾਬ ਤੂੰ ਕਰ ਸਕਣਾ, ਸਿੱਖ ਸਕਣਾ। ਪਰ ਸਿੱਖੀ ਵਿੱਚ ਕਿਤੇ ਨਹੀਂ ਕਿਹਾ ਗਿਆ ਵੀ ਇੱਕ ਬੰਦਾ ਨਾਮ ਜਪੇਗਾ ਤੇ ਦੂਸਰਾ ਉਹਦੇ ਉੱਤੇ ਖੜਾ ਹੋਵੇਗਾ। ਹਾਂ, ਉਹ ਸਹਾਇਤਾ ਲੈ ਸਕਦਾ ਹੈ ਜਿਨ੍ਹਾਂ ਨੇ ਜਪਿਆ ਹੈ। ਇਸ ਲਈ ਇਹ ਚੀਜ਼ਾਂ ਜਿਹੜੀਆਂ ਨੇ ਦੂਸਰੇ ਧਰਮਾਂ ਦੀ ਵਿਆਖਿਆ ਹੈ, ਉਹ ਤਾਂ ਸਾਡੇ ਵਿੱਚ ਆ ਗਈ ਵੀ ਅਸੀਂ ਸ਼ਬਦ ਦੀ ਵਿਆਖਿਆ ਬਿਲਕੁਲ ਨਹੀਂ ਕੀਤੀ। ਤਾਂ ਸ਼ਬਦ ਦਾ ਜਿਹੜਾ ਗੁਰੂ ਸਾਹਿਬ ਨੇ ਕਨਸੈਪਟ ਦਿੱਤਾ ਹੈ ਕਿ ਇਸ ਇੱਕ ਸ਼ਬਦ ਤੋਂ ਸਾਰਾ ਕੁਝ ਪੈਦਾ ਹੋਇਆ, ਉਹਦੇ ਵਿੱਚ ਤੂੰ ਧਿਆਨ ਲਾ। ਆਪਣੇ ਜਿਹੜਾ ਤੇਰਾ ਸ਼ਬਦ ਹੈ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ। ਜਦੋਂ ਇਸ ਆਪਣੇ ਹੀ ਸ਼ਬਦ ਵਿੱਚ ਤੂੰ ਧਿਆਨ ਲਾਏਗਾ, ਬੋਲੇਗਾ, ਫਿਰ ਇਹਦੀ ਜਿਹੜੀ ਬੋਲਣ ਦੀ ਜਿਹੜੀ ਆਵਾਜ਼ ਦੀ ਪ੍ਰਕਿਰਿਆ, ਉਹਨੂੰ ਮੱਧਮ ਕਰਦਾ ਜਾਏਗਾ, ਛੋਟੀ ਕਰਦਾ ਜਾਏਗਾ। ਤਾਂ ਤੂੰ ਇਹ ਧਿਆਨ ਰੱਖਣਾ ਹੈ ਕਿ ਇਹ ਸ਼ਬਦ ਮੱਧਮ ਹੁੰਦਾ ਕਿਹੜੇ ਥਾਂ ਤੇ ਜਾ ਰਿਹਾ, ਸਰੀਰ ਵਿੱਚ ਕਿੱਧਰ ਨੂੰ ਜਾ ਰਿਹਾ, ਉਹਦੇ ਪਿੱਛੇ ਪਿੱਛੇ ਸੁਰਤ ਚਲੀ ਜਾਏ। ਇਹਨੂੰ ਕਹਿੰਦੇ ਸ਼ਬਦ ਸੁਰਤ ਦਾ ਅਭਿਆਸ। ਤੇ ਜਿੱਥੇ ਜਾ ਕੇ ਸ਼ਬਦ ਬਿਲਕੁਲ ਸਾਇਲੈਂਟ ਹੁੰਦਾ, ਚੁੱਪ ਹੋ ਜਾਂਦਾ, ਉੱਥੇ ਸੁਰਤ ਨੂੰ ਲੈ ਜਾਣਾ, ਇਹ ਹੈ ਸ਼ਬਦ ਸੁਰਤ ਦਾ ਅਭਿਆਸ ਗੁਰੂ ਸਾਹਿਬ ਨੇ ਦੱਸਿਆ ਹੈ। ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਕੌਮ ਇਹਦੇ ਉੱਤੇ ਧਿਆਨ ਦੇਵੇਗੀ ਔਰ ਇਹਦਾ ਵਿਕਾਸ ਹੋਵੇਗਾ ਤੇ ਆਪਣੇ ਤਰੀਕੇ ਲੱਭਣਗੇ, ਤਾਂ ਇਹ ਦੂਸਰਿਆਂ ਦੇ ਤਰੀਕੇ ਸਾਡੇ ਵਿੱਚੋਂ ਨਿਕਲ ਜਾਣਗੇ। ਇਸ ਕਰਕੇ ਗੁਰੂ ਸਾਹਿਬ ਨੇ ਬਚਨ ਕੀਤਾ ਪਸਾਓ। ਪਸਾਓ ਦਾ ਮਤਲਬ ਪ੍ਰਸਾਰਨ ਹੈ, ਖਿਲਾਰਾ। ਅਕਾਲ ਪੁਰਖ ਨੇ ਇੱਕ ਸ਼ਬਦ ਦੇ ਵਿੱਚੋਂ ਸਾਰਾ ਪ੍ਰਸਾਰਨ ਕੀਤਾ, ਸਾਰੇ ਜੀਵ ਪੈਦਾ ਕੀਤੇ, ਬਣਾਏ। ਤਿਸਤੇ ਹੋਏ ਲੱਖਾਂ ਹੀ ਦਰਿਆ ਉਹਦੇ ਵਿੱਚੋਂ ਪੈਦਾ ਹੋ ਗਏ। ਅਖੀਰ ਤੇ ਬਚਨ ਕੀਤਾ, ਕਹਿੰਦੇ ਕੁਦਰਤ ਕਵਣ ਕਹਾਂ ਵਿਚਾਰ। ਤੇਰੀ ਕੁਦਰਤ ਦੀ ਵਿਚਾਰ ਕਿਵੇਂ ਕਰਾਂ, ਵਾਰਿਆ ਨਾ ਜਾਵਾਂ ਇੱਕ ਵਾਰ। ਮੈਂ ਤੇ ਆਪਣੇ ਆਪ ਨੂੰ ਇੱਕ ਵਾਰੀ ਤੇਰੀ ਕੁਦਰਤ ਤੋਂ ਵਾਰ ਵੀ ਨਹੀਂ ਸਕਦਾ। ਭਾਵ ਇੰਨਾ ਛੋਟਾ ਹਾਂ। ਜੋ ਤੁਧ ਭਾਵੈ ਸਾਈ ਭਲੀ ਕਾਰ। ਜੋ ਤੈਨੂੰ ਚੰਗਾ ਲੱਗਦਾ ਉਹੀ ਕਾਰਜ ਚੰਗਾ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਸਥਿਰ ਰਹਿਣ ਵਾਲਾ ਹੈ। ਆਓ ਇਸ ਪੰਕਤੀ ਨੂੰ ਪੜ੍ਹ ਕੇ ਫਿਰ ਅਰਦਾਸ ਬੇਨਤੀ ਵਿੱਚ ਜੁੜੀਏ। ਸਾਰਿਆਂ ਨੇ ਕਿਰਪਾ ਕਰਨੀ। ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ।